स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ ਸਕੂਲੀ ਸਿੱਖਿਆ ਦੇ ਪੈਮਾਨੇ ਦੇ ਵਿੱਚ ਪੰਜਾਬ ਨੰਬਰ 1 ਤੇ ਆ। ਤੁਸੀਂ ਸੋਚ ਰਹੇ ਹੋਵੋਗੇ ਕਿ ਲਗਾਤਾਰ ਪੰਜਾਬ ਦੇ ਵਿੱਚ ਪ੍ਰੋਟੈਸਟ ਹੁੰਦੇ ਰਹੇ, ਟੀਚਰ ਸੜਕਾਂ ਤੇ ਨੇ, ਬੱਚਿਆਂ ਦੀਆਂ ਕਲਾਸਾਂ ਲੱਗੀਆਂ ਨਹੀਂ, ਸਕੂਲਾਂ ਦਾ ਇਨਫਰਾਸਟ੍ਰਕਚਰ ਕਿਵੇਂ ਦਾ ਸਭ ਨੂੰ ਪਤਾ ਹੈ, ਫਿਰ ਵੀ ਪੰਜਾਬ ਨੰਬਰ 1 ਤੇ ਕਿਵੇਂ ਆ ਗਿਆ? ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ। दरअसल नैशनल ग्रेडिंग इंडैक्स ਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਮਿਲਿਆ ਔਰ ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੰਡੈਕਸ ਨੇ ਜਿਸ ਦੇ ਵਿੱਚ ਪੰਜਾਬ ਨੇ ਬਾਜ਼ੀ ਮਾਰੀ ਹੈ। ਹੁਣ ਇਸ ਗੱਲ ਨੂੰ ਲੈ ਕੇ ਬੜੀ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ, ਵੱਖ-ਵੱਖ ਯੂਨੀਅਨਸ ਵੱਲੋਂ, ਇੱਥੋਂ ਤੱਕ ਕਿ ਅਧਿਆਪਕਾਂ ਵੱਲੋਂ ਵੀ ਕਿੰਤੂ ਪਰੰਤੂ ਇਸ ਪੂਰੇ ਮੁੱਦੇ ਤੇ ਕੀਤੇ ਜਾ ਰਹੇ ਨੇ ਕਿ ਇਹ ਕਿਵੇਂ ਹੋ ਗਿਆ ਜਦੋਂ ਕਿ ग्राउंड ਤੇ स्थिति कुछ होर है और इंडैक्स ਦੇ ਵਿੱਚ स्थिति कुछ होर दिखाई गई है। ਇਸੇ ਤੇ ਵਿਚਾਰ ਤਕਰਾਰ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਮਹਿਮਾਨਾਂ ਨਾਲ ਜਾਣ ਪਛਾਣ ਕਰਾਉਂਦੇ ਹਾਂ, ਫਿਰ ਤੁਹਾਨੂੰ ਸਾਰਾ ਇਸ਼ੂ ਤਫਸੀਲ ਨਾਲ ਸਮਝਾਵਾਂਗੇ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਜਗਤਾਰ ਸਿੰਘ ਸਿੰਗੜਾ ਸਾਹਿਬ, ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਡਾਕਟਰ ਜਗਜੀਤ ਸਿੰਘ ਧੂਰੀ ਸਾਹਿਬ, ਪ੍ਰਧਾਨ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਜੈਕ ਦੇ, ਸੁਖਵਿੰਦਰ ਸਿੰਘ ਚਾਹਲ ਸਾਹਿਬ, ਕਨਵੀਨਰ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ, ਪ੍ਰਿੰਸ ਖੁੱਲਰ ਸਾਹਿਬ ਵਾइस चेयरमैन ने पंजाब यूथ डिवेलपमेंट बोर्ड के, चरणजीत सिंह बराड़ साहब बुला रहे श्रोमणी अकाली दल के। बहुत बहुत स्वागत है सारे मेहमानों का। अगे वधण तो पहला सारा इशू समझाने तुहानूं है की है। दरअसल नैशनल ग्रेड इंडैक्सिस वालों जो आंकड़े जारी किए गए हैं वो कुछ इदां ने। नैशनल ग्रेडिंग इंडैक्स दे विच पंजाब नूं पहला स्थान मिला। HRD मंत्रालय वालों दी गई रैंकिंग दे विच पंजाब ने 1000 दे विचों 929 अंक हासिल किए ने। 70 ਬਿੰਦੂਆਂ ਦੇ ਪੈਮਾਨੇ ਤੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਮੁਲਾਂਕਣ ਕੀਤਾ ਗਿਆ ਸੀ। 2018 ਤੋਂ ਸ਼ੁਰੂ ਹੋਈ ਇਸ ਪ੍ਰਕਿਰਿਆ ਨੂੰ ਨੈਸ਼ਨਲ ਗ੍ਰੇਡਿੰਗ ਇੰਡੈਕਸ ਕਿਹਾ ਜਾਂਦਾ। ਨੈਸ਼ਨਲ ਗ੍ਰੇਡਿੰਗ ਇੰਡੈਕਸ ਨੂੰ 5 ਮਾਪਦੰਡਾਂ ਦੇ ਵਿੱਚ ਵੰਡਿਆ ਗਿਆ ਜਿਸ ਦੇ ਵਿੱਚ ਸਿੱਖਣ ਦੇ ਨਤੀਜੇ ਤੇ ਗੁਣਵੱਤਾ, ਸਿੱਖਿਆ ਤੱਕ ਪਹੁੰਚ, ਬੁਨਿਆਦੀ ਸਹੂਲਤਾਵਾਂ, ਬਰਾਬਰ ਸਿੱਖਿਆ ਅਤੇ ਸ਼ਾਸਨ ਪ੍ਰਕਿਰਿਆ ਨੂੰ ਮਾਪਦੰਡ ਬਣਾਇਆ ਗਿਆ। ਨੈਸ਼ਨਲ ਗ੍ਰੇਡਿੰਗ ਇੰਡੈਕਸ ਦੇ ਤਹਿਤ HRD ਮੰਤਰਾਲਾ ਕਰਦਾ ਹੈ ਇਹਨਾਂ ਸੂਬਿਆਂ ਦਾ ਮੁਲਾਂਕਣ। ਹੁਣ ਇਸ ਇੰਡੈਕਸ ਤੇ ਸਵਾਲ ਕੀ ਚੁੱਕੇ ਜਾ ਰਹੇ ਨੇ ਉਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦਿਖਾਉਂਦੇ ਹਾਂ। ਦਰਅਸਲ ਕੇਂਦਰ ਦੀ ਰੈਂਕਿੰਗ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸਭ ਤੋਂ ਪਹਿਲਾਂ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ ਇਸ ਮਾਮਲੇ ਤੇ ਸਵਾਲ ਚੁੱਕੇ ਨੇ। ਅਧਿਆਪਕਾਂ ਤੇ ਸਿਆਸੀ ਪਾਰਟੀਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੇ ਵਿੱਚ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਆਮੋ ਸਾਹਮਣੇ ਨੇ। ਸਵਾਲ ਕਿਉਂ ਉੱਠ ਰਹੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਗ੍ਰਾਫਿਕ ਦੇ ਜ਼ਰੀਏ ਕਿ ਸਵਾਲ ਆਖਰਕਾਰ ਚੁੱਕੇ ਕਿਉਂ ਜਾ ਰਹੇ ਨੇ। बड़े सारे लोग कह रहे हैं कि पंजाब के स्कूलों का माड़ा मुढ़ला ढांचा है, इस दे बावजूद नंबर 1 किवें? स्कूलों के विच अध्यापकों की घाट है। लॉकडाउन दौरान ऑनलाइन क्लासां का सही तरह इस्तेमाल भी नहीं हो पाया। ऑनलाइन क्लासां दे विच बच्चों की दिलचस्पी भी नहीं सी। ये तमाम तरह के सवाल ने जिहड़े चुके जा रहे हैं। इस पूरे मसले दे विच एक होर खास गल सामने आई है। वो ये एलीगेशन लाया जा रहा है कि पंजाब सरकार ते केंद्र सरकार मिले हुए ने, इस करके इस इंडैक्स दे विच नंबर 1 पंजाब नूं दस्सिया गया। ये एलीगेशन आम आदमी पार्टी वालों भी लगाए गए हैं। दोवें सिक्ख्या मंत्रियों के बयान भी तुहानूं दिखाने हैं। आम आदमी पार्टी की सरकार दिल्ली दे विच है। दिल्ली के सिक्ख्या मंत्री ते पंजाब के सिक्ख्या मंत्री भी इस मुद्दे ते आमो सामने ने बयान सुनाने हैं, फिर चर्चा नूं अगे वधावांगे। ये रिपोर्ट एक्चुअली कैप्टन अमरिंदर सिंह साहब को मोदी जी के आशीर्वाद के रूप में जारी की गई है। पिछले साल पिछले पंजाब के चुनाव से पहले भी मोदी जी का आशीर्वाद मिला था कैप्टन साहब को, और ताकि कैप्टन साहब वहाँ जीतें, और इस बार भी उसकी भूमिका बनानी शुरू कर दी गई है। और ये रिपोर्ट ऐसे समय पर आई है जिस समय पंजाब के आम जनता अपनी सरकार से पूछ रही है, भाई 5 साल आपने सरकारी स्कूलों में क्या किया? आपने सरकारी स्कूल ठीक क्यों नहीं कराए? आपने सरकारी स्कूलों की क्वालिटी ठीक क्यों नहीं कराई? 2 दिन पहले की खबर देख लीजिए। पंजाब के सरकारी स्कूलों में शराब की फैक्ट्री, शराब बनती हुई पकड़ी गई है, और मोदी जी कह रहे हैं कि कैप्टन साहब के स्कूल देश में नंबर 1 है। पंजाब सरकार ने सैकड़ों सरकारी स्कूल प्राइवेट सेक्टर को दे दिए। पंजाब सरकार कहती है कि हमसे सरकारी स्कूल नहीं चल रहे। शिक्षा मंत्री मनीष सिसोदिया जी से कहना चाहता हूँ, ये पंजाब की शिक्षा विभाग की पूरी टीम ने जो कार्य किया है, उनकी मेहनत रही है, ये उसका नतीजा है। ये ठीक है कि आज दिल्ली वालों को अंगूर खट्टे लगने लग गए, पर पंजाब के लिए, पंजाबियों के लिए ये एक बहुत प्राउड मोमेंट है, बड़ी खुशी का वक्त है। और मैं उनसे ये कहना चाहता हूँ, अगर कुछ पंजाब से सीखने की बात हो तो सीख लेना चाहिए। हर वक्त अपना स्टैंड चेंज नहीं हमें करना चाहिए। आपने देखा होगा पश्चात के अंदर जो पॉलिसी पंजाब सरकार कैप्टन अमरिंदर सिंह जी की रहनुमाई के अंदर पंजाब में लेकर आई शिक्षा के क्षेत्र के अंदर, उसकी वजह से ही आज प्राइवेट स्कूलों से लगभग 6 लाख बच्चे आज प्राइवेट स्कूल को छोड़कर
सरकारी स्कूल के अंदर आए हैं। तो ये सभी पॉलिसीज़ जो पंजाब सरकार लेकर आई है, शिक्षा विभाग ने और उनके अध्यापकों ने पिछले वक्त में की हैं, ये उसका एक नतीजा है। ਸੋ ਇਹ ਬਿਆਨ ਨੇ ਦੋਵੇਂ ਮੰਤਰੀਆਂ ਦੇ ਇਸੇ ਮੁੱਦੇ ਤੇ ਵਿਚਾਰ ਤਕਰਾਰ ਲੈ ਕੇ ਹਾਜ਼ਰ ਹੋਏ ਹਾਂ। ਸੰਘੇੜਾ ਸਾਹਿਬ, ਸ਼ੁਰੂਆਤ ਮੈਂ ਤੁਹਾਡੇ ਤੋਂ ਹੀ ਕਰਦਾ। ਜਿਸ ਗੱਲ ਨੂੰ ਲੈ ਕੇ ਤੁਸੀਂ ਦਮਗਜੇ ਮਾਰਦੇ ਸੀ, ਅੱਜ ਕਾਂਗਰਸ ਉਹਨਾਂ ਦੋਵਾਂ ਮੁੱਦਿਆਂ ਤੇ ਹੀ ਕਹਿ ਰਹੀ ਹੈ। ਹੈਲਥ ਤੇ ਤੁਸੀਂ ਚਰਮਰਾ ਕੇ ਤੁਹਾਡੇ ਦਿੱਲੀ ਦੇ ਪੇਸ਼ੈਂਟ ਪੰਜਾਬ ਆ ਕੇ ਇਲਾਜ ਕਰਾਉਂਦੇ ਰਹੇ। ਐਜੂਕੇਸ਼ਨ ਦੇ ਸਿਸਟਮ ਤੇ ਤੁਸੀਂ ਕਹਿੰਦੇ ਸੀ ਕਿ ਇੱਕ ਮਾਡਲ ਸਥਾਪਿਤ ਕੀਤਾ ਤੇ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਵੀ ਪੰਜਾਬ ਨੰਬਰ 1 ਤੇ ਆ ਗਿਆ। ਯਾਨੀ ਕਿ ਦੋਵੇਂ ਮਾਡਲ ਤੁਸੀਂ ਜਿਹੜੇ ਪੂਰੇ ਮੁਲਕ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਸੀ, ਉਹ ਦੋਵੇਂ ਮਾਡਲ ਤੇ ਤੁਹਾਡੀ ਸਰਕਾਰ ਫੇਲ ਹੋ ਗਈ ਹੈ। ਇਹ ਕਾਂਗਰਸ ਅੱਜ ਦਾਅਵਾ ਕਰਦੀ ਹੈ। ਹਰਪ੍ਰੀਤ ਜੀ, ਜੋ ਵੀ ਅਸੀਂ ਦਾਅਵੇ ਕੀਤੇ ਆ ਜਾਂ ਜੋ ਅਸੀਂ ਪਾਸਟ ਵਿੱਚ ਕਿਹਾ ਆ, ਅਸੀਂ ਉਹਦੇ ਤੇ ਸਟੈਂਡ ਕਰਦੇ ਆ। ਸਹੀ ਆ ਸਾਡੇ ਦਾਅਵੇ ਉਹ। ਅਸੀਂ ਪ੍ਰੈਕਟੀਕਲੀ ਇੰਪਰੂਵਮੈਂਟ ਕੀਤੀ ਹੈ ਦੋਵਾਂ ਕੇਸਾਂ ਦੇ ਵਿੱਚ ਹੀ। ਸਿਹਤ ਸਹੂਲਤਾਂ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਤੋਂ ਲੈ ਕੇ ਸ਼ੁਰੂ ਕੀਤਾ ਹੈ, ਪਰ ਜਿਹੜੇ ਕੋਵਿਡ ਦੇ ਕੇਸਿਸ ਜਿਸ ਤਰ੍ਹਾਂ ਵਧੇ ਆ, ਉਹ ਪਾਪੂਲੇਸ਼ਨ ਤੇ ਹੋਰ ਕਈ ਫੈਕਟਰਸ ਨੇ। ਦਿੱਲੀ ਜਿੰਨੀ ਕੰਜਸਟਡ ਹੈਗੀ ਆ, ਜਿੰਨੇ ਨੇੜੇ ਨੇੜੇ ਲੋਕ ਰਹਿੰਦੇ ਆ, ਉਹ ਸੈਪਰੇਟ ਆ। ਜੋ ਅੱਜ ਸਕੂਲਾਂ ਦਾ ਮੁੱਦਾ ਮੈਂ ਉਹਦੇ ਤੇ ਆਉਣਾ ਚਾਹੁੰਦਾ ਆ ਜੀ। ਇਕਨੋਮਿਕਸ ਦੇ ਵਿੱਚ ਮੈਂ PhD 'ਚ ਇੱਕ ਚੈਪਟਰ ਪੜ੍ਹਿਆ ਸੀਗਾ, ਪੋਲੀਟੀਸ਼ੀਅਨਸ ਡਿਸਟੋਰਟ ਇਕਨੋਮਿਕ ਰਿਲੇਸ਼ਨਸ। ਉਹਦੇ ਵਿੱਚ ਸਾਰੀ ਇਹੀ ਵਿਆਖਿਆ ਕੀਤੀ ਗਈ ਸੀ ਕਿ ਡੇਟਾ ਇਕੱਠਾ ਕਿੱਦਾਂ ਕੀਤਾ ਜਾਂਦਾ ਆ, ਉਹ ਸਹੀ ਤਰੀਕੇ ਨਾਲ ਕੀਤਾ ਹੁੰਦਾ, ਪਰ ਮਾਪਦੰਡ ਹੀ ਉਹ ਰੱਖੇ ਜਾਂਦੇ ਆ। ਫਿਰ ਉਹਦੀ ਪ੍ਰੈਜੈਂਟੇਸ਼ਨ ਸਟੈਟਿਸਟਿਕਸ ਦਾ ਸਬਜੈਕਟ ਹੈ, ਜਿਹੜੀ ਕਿ ਮੈਂ ਮਾਈਨਰ ਦੇ ਤੌਰ ਤੇ ਪੜ੍ਹੀ ਆ। ਉਹ ਸਟੈਟਿਸਟਿਕਸ ਜਿਹੜੇ ਹੈ ਦੀ ਸਾਇੰਸ ਹੈ, ਜਿਹੜੀ ਉਹ ਪ੍ਰੈਜੈਂਟੇਸ਼ਨ ਆਫ ਦੋਜ਼ ਡੇਟਾਸ, ਜਿਹੜਾ ਡੇਟਾ ਇਕੱਠਾ ਕੀਤਾ ਜਾਂ ਜਿਹੜੀ ਰਿਸਰਚ ਸਟੱਡੀ ਹੋਈ ਆ। ਇਹ ਜਿਹੜੀ ਰਿਸਰਚ ਸਟੱਡੀ ਹੋਈ ਹੈ, ਤੁਸੀਂ ਵੀ ਦੱਸਿਆ ਹੁਣ, ਇਹਦੇ ਚ 70 ਮਾਪਦੰਡ ਨੇ। ਉਹ ਜਿਹੜੇ ਮਾਪਦੰਡ ਨੇ ਉਹਦੇ ਵਿੱਚ ਸਾਰਾ ਕੁਝ ਹੀ ਹੈਗਾ ਆ ਕਿ ਉੱਥੇ ਮਤਲਬ ਸਕੂਲਾਂ ਦਾ ਇਨਫਰਾਸਟ੍ਰਕਚਰ ਕਿੰਨਾ, ਟੀਚਰ ਟਾਟ ਰੇਸ਼ੋ ਕਿੰਨੀ ਆ, ਕੀ ਲੜਕੀਆਂ ਵਾਸਤੇ ਅਲੱਗ ਬਾਥਰੂਮ ਹੈਗੇ ਆ, ਇਨਫਰਾਸਟ੍ਰਕਚਰ ਕੀ ਆ, ਏਰੀਆ ਕਿੰਨਾ ਆ, ਬਾਉਂਡਰੀ ਵਾਲ ਹੈਗੀ ਆ, ਬਿਲਡਿੰਗ ਕਿੰਨੀ ਆ ਉਹਦੇ ਪਿੱਛੇ। ਫਿਰ ਟੀਚਰ ਦੇ ਜਿਹੜੇ ਉਹਦੇ 'ਚ ਹੁਣ ਹਰਪ੍ਰੀਤ ਜੀ ਗੱਲ ਇਹ ਹੈ ਵੀ 40 ਲੱਖ ਬੱਚਿਆਂ ਤੋਂ ਸਕੂਲਾਂ 'ਚ ਬੱਚੇ ਤਾਂ ਰਹਿ ਗਏ 8 ਲੱਖ। ਉਹ ਜਿਹੜੀ ਟੀਚਰ ਟਾਟ ਰਿਲੇਸ਼ਨ ਜਿਹੜਾ ਆ, ਉਹਦਾ ਆਪੇ ਹੀ ਇੰਪਰੂਵ ਹੋ ਗਿਆ। ਜਦ ਕਿ ਪ੍ਰਾਇਮਰੀ ਵਿੱਚ 30 ਟੀਚਰ ਪਿੱਛੇ ਇੱਕ 30 ਸਟੂਡੈਂਟਸ ਪਿੱਛੇ ਇੱਕ ਟੀਚਰ ਚਾਹੀਦਾ, ਅੱਜ ਕੱਲ੍ਹ 20 ਸਟੂਡੈਂਟਸ ਪਿੱਛੇ ਇੱਕ ਟੀਚਰ ਹੈ। ਇਸੇ ਤਰ੍ਹਾਂ ਹੀ ਮਿਡਲ, ਹਾਈ ਤੇ ਸੈਕੰਡਰੀ ਵਿੱਚ 40 ਜਿਹੜਾ ਨੈਸ਼ਨਲ ਰਿਕੁਆਇਰਮੈਂਟ ਹੈ, ਇਹਦੇ ਵਿੱਚ ਮਿਡਲ 'ਚ 24 ਨੇ, ਹਾਈ 'ਚ 13 ਨੇ ਤੇ ਸੈਕੰਡਰੀ 'ਚ 18 ਸਟੂਡੈਂਟਸ ਪਿੱਛੇ ਇੱਕ ਟੀਚਰ ਹੈ। ਪਰ ਗੱਲ ਤਾਂ ਜਿਹੜੀ ਸਾਰੀ ਆ, ਇਹਨਾਂ ਸਾਰਿਆਂ ਚੀਜ਼ਾਂ ਤੋਂ ਬਾਅਦ ਫਿਰ ਪੈਸਾ ਵੀ ਖਰਚਦੇ ਆ। ਇੱਥੇ ਵਿਚੋਦਾ ਭਾਵੇਂ ਖਾ ਜਾਂਦੇ ਨੇ, ਪਰ ਉਹ ਖਰਚਦੇ ਆ। ਬਜਟ ਵੀ, ਐਲੋਕੇਸ਼ਨ ਵੀ ਠੀਕ ਹੈ। ਤੇ ਕੁਝ ਸਕੂਲ ਇਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਗਿਆ ਕਿ ਵਾਪਸ ਦੇਤੇ, ਇਹਨਾਂ ਨੇ ਵਾਪਸ ਨਹੀਂ, ਪ੍ਰਾਈਵੇਟਾਂ ਦੇ ਹਵਾਲੇ ਕਰਤੇ ਆ। ਆਹ ਜਿਹੜੀਆਂ ਮੈਜ਼ਰਮੈਂਟਸ ਨੇ, ਇਹਦੇ ਵਿੱਚ ਪੰਜਾਬ ਅੱਗੇ ਆ, ਕਿਉਂਕਿ ਜਦੋਂ ਗਰੀਬਾਂ ਦੇ ਬੱਚੇ ਉੱਥੇ ਜਾਣੇ ਆ, ਬਹੁਤ ਗਿਣਤੀ ਘਟ ਗਈ ਆ। ਲੜਕੀਆਂ ਵੀ ਸਕੂਲਾਂ 'ਚ ਪੜ੍ਹਦੀਆਂ, ਪਰ ਉਹਨਾਂ ਦੀ ਕੁਆਲਿਟੀ ਕੀ ਹੈ ਐਜੂਕੇਸ਼ਨ ਮਿਨਿਸਟਰ ਤਾਂ ਦਾਅਵਾ ਕਰ ਰਹੇ 6 ਲੱਖ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ 'ਚ ਆ ਗਏ ਨੇ। ਝੂਠ ਬੋਲਣ ਤਾਂ ਜਿੱਦਾਂ ਮਰਜ਼ੀ ਬੋਲੀ ਚੱਲਣ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਮੈਂ ਸਰਕਾਰੀ ਆਫੀਸਰ ਰਿਹਾ, ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਸਾਡਾ ਹਮੇਸ਼ਾ ਹੀ ਵਾਹ ਪੈਂਦਾ ਸੀਗਾ। ਪਹਿਲੀ ਵਾਰੀ ਮੈਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹਰ ਇਸ਼ੂ ਤੇ ਕਿੰਨਾ ਝੂਠ ਬੋਲ ਰਹੇ ਆ। ਤੁਸੀਂ ਇੱਕ ਹੋਰ ਐਲੀਗੇਸ਼ਨ ਬੜਾ ਸੀਰੀਅਸ ਲਾ ਰਹੇ ਹੋ ਨਾ ਕਿ ਇਹ ਨਰਿੰਦਰ ਮੋਦੀ ਹੋਰਾਂ ਦੀ ਦਿਆਨਤਦਾਰੀ ਕਰਕੇ ਇਹ ਪੰਜਾਬ ਸਰਕਾਰ ਨੂੰ ਨੰਬਰ 1 ਮਿਲਿਆ। ਇਹਦੇ ਵਿੱਚ ਸਿਆਸਤ ਨਜ਼ਰ ਆ ਰਹੀ ਤੁਹਾਨੂੰ? ਨਹੀਂ, ਇਹ ਸਿਆਸਤ ਸ਼ਰੇਆਮ ਹੈ। ਅਸੀਂ ਤਾਂ ਪਹਿਲਾਂ ਦਿਨ ਤੋਂ ਕਹਿੰਦੇ ਆ ਨਾ। ਮੈਂ ਤਾਂ ਕਈ ਵਾਰੀ ਪਹਿਲਾਂ ਖੁਦ ਵੀ ਚੈਨਲਸ ਤੇ ਗਿਆ। ਸਾਡੀ ਪਾਰਟੀ ਨੇ ਇਹ ਬੜੀ ਜ਼ਿੰਮੇਵਾਰੀ ਨਾਲ ਸਟੇਟਮੈਂਟ ਦਿੱਤੀ ਹੈ। ਇਹ ਇਲੈਕਸ਼ਨ 17 ਦੀ ਇਲੈਕਸ਼ਨ ਵੇਲੇ ਵੀ PM ਹਾਊਸ ਤੋਂ ਡਿਸੀਜਨ ਹੋ ਕੇ ਆਏ ਇਹਨਾਂ ਦੇ ਬੰਦੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਅੱਗੇ ਕਰੋ। ਔਰ ਇਲੈਕਸ਼ਨਾਂ ਤੋਂ ਪਹਿਲਾਂ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ, ਕੈਪਟਨ ਅਮਰਿੰਦਰ ਸਿੰਘ ਇੰਡੀਪੈਂਡੈਂਟ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਹਨਾਂ ਨੂੰ CM ਡਿਕਲੇਅਰ ਨਹੀਂ ਸੀ ਕਰ ਰਹੇ ਇਹਨਾਂ ਦੀ, ਕਿਉਂਕਿ ਹਾਈ ਕਮਾਂਡ ਵੀਕ ਹੈ ਤੇ ਇਹਨਾਂ ਨੂੰ ਡਿਕਲੇਅਰ ਕਰਨਾ ਪਿਆ ਸੀ। ਨਹੀਂ ਤਾਂ ਇੰਡੀਪੈਂਡੈਂਟ ਪਾਰਟੀ ਬਣਾ ਕੇ BJP ਦੀ ਹਮਾਇਤ ਨਾਲ ਇਹ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ। ਪਰ ਸੰਘੇੜਾ ਸਾਹਿਬ, ਤੁਹਾਨੂੰ ਬਤੌਰ ਪੰਜਾਬੀ ਖੁਸ਼ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਪੰਜਾਬ ਨੰਬਰ 1 ਤੇ ਆਇਆ, ਪਰ ਤੁਹਾਡੀ ਇਸ ਤੇ ਵੀ ਨਾਰਾਜ਼ਗੀ ਹੈ ਕਿਉਂਕਿ ਤੁਹਾਡੀ ਪਾਰਟੀ ਦਿੱਲੀ ਦੇ ਵਿੱਚ ਰਾਜ ਕਰਦੀ ਹੈ। ਬਤੌਰ ਪੰਜਾਬੀ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਨਾ ਕਿ ਪੰਜਾਬ ਨੰਬਰ 1 ਤੇ ਆਇਆ। ਜੀ ਇਦਾਂ ਦੀ ਕੋਈ ਗੱਲ ਨਹੀਂ। ਅਸੀਂ ਤਰਸਦੇ ਹਾਂ ਕਿ ਪੰਜਾਬ ਇੰਪਰੂਵ ਕਰੇ। ਸਾਨੂੰ ਜੋ ਕੁਝ ਵੀ ਕਰਨਾ ਪਵੇ, ਅਸੀਂ ਮਤਲਬ ਇਸ ਗੱਲ ਵਾਸਤੇ ਸਾਡੀ ਬਹੁਤ ਦਿਲੋਂ ਅਸੀਂ ਚਾਹੁੰਦੇ ਹਾਂ ਸਾਡੇ ਗਰੀਬਾਂ ਦੇ, ਆਮ ਆਦਮੀਆਂ ਦੇ ਬੱਚੇ ਵੀ ਅਫਸਰ ਬਣਨ। ਪਹਿਲਾਂ ਬਣਦੇ ਸੀ। ਹਰਪ੍ਰੀਤ ਜੀ, ਮੈਂ ਕਿਸਾਨ ਦਾ ਪੁੱਤਰ ਹਾਂ। ਅਸੀਂ 5 ਭਰਾ ਆ। ਮੇਰੇ ਦੋਨੇ ਭਰਾ ਉਹ ਵੀ ਬਹੁਤ ਪੜ੍ਹੇ ਲਿਖੇ ਆ। ਹਾਂਜੀ, ਮੇਰਾ ਇੱਕ ਬ੍ਰਦਰ ਪਾਇਲਟ ਆ, ਕਮਰਸ਼ੀਅਲ ਪਾਇਲਟ। 2 ਬ੍ਰਦਰ ਮੇਰੇ ਖੇਤੀ ਕਰਦੇ ਸੀ, ਉਹ ਵੀ ਉੱਤਮ ਖੇਤੀ ਕਰਦੇ ਆ। ਜ਼ਮੀਨ ਵੀ ਸਾਡੇ ਕੋਲ ਜ਼ਿਆਦਾ ਨਹੀਂ ਹੈ। ਮੈਂ ਵੀ ਸਰਕਾਰੀ ਆਫੀਸਰ ਰਿਹਾ। ਮੇਰਾ ਇਹ ਸਾਰਾ ਕੁਝ ਕਹਿਣ ਦਾ ਮਤਲਬ ਇਹ ਆ, ਮੈਂ ਆਪਣੇ ਘਰ ਦੀ ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ। ਅਸੀਂ ਆਪਣਾ ਤੱਪੜ ਲੈ ਕੇ ਸਰਕਾਰੀ ਸਕੂਲ 'ਚ ਜਾਂਦੇ ਹੁੰਦੇ ਸੀ। ਭਾਵੇਂ ਸਾਡੇ ਸਕੂਲ ਦਾ ਇਨਫਰਾਸਟ੍ਰਕਚਰ ਨਹੀਂ ਸੀ ਇੰਨਾ ਵਧੀਆ, ਬਟ ਕੁਆਲਿਟੀ ਆਫ ਐਜੂਕੇਸ਼ਨ ਸੀਗੀ। ਸਰਕਾਰਾਂ ਧਿਆਨ ਦਿੰਦੀਆਂ ਸੀ। ਹੁਣ ਕੁਆਲਿਟੀ ਆਫ ਐਜੂਕੇਸ਼ਨ ਤਾਂ ਹੈ ਹੀ ਨਹੀਂ ਹੈ। 8ਵੀਂ ਕਲਾਸ ਦੇ ਫਿਰ ਵੀ ਨੰਬਰ 1 ਤੇ ਕਿਵੇਂ ਆ ਗਏ? ਮੈਂ ਦੱਸਦਾ ਹਰਪ੍ਰੀਤ ਜੀ, 8ਵੀਂ ਕਲਾਸ ਦੇ 52% ਬੱਚੇ ਜਿਹੜੇ ਆ, ਉਹਨਾਂ ਨੂੰ ਜਮ੍ਹਾਂ ਘਟਾਓ ਨਹੀਂ ਕਰਨੀ ਆਉਂਦੀ।
ਔਰ 8ਵੀਂ ਕਲਾਸ ਦੇ ਹੀ 16% ਬੱਚੇ ਜਿਹੜੇ ਆ ਕਿ ਸਰਵੇ ਹੋਇਆ ਵੀ ਉਹਨਾਂ ਨੂੰ ਦੂਜੀ ਦੀ ਪੰਜਾਬੀ ਦੀ ਪੁਸਤਕ ਨਹੀਂ ਪੜ੍ਹ ਸਕਦੇ ਉਹ। ਇਹ ਮਤਲਬ ਇਹ ਜਿਹੜੇ ਦੂਜੇ ਮਾਪਦੰਡ ਹੈ ਨਾ ਵਿਚਾਰ ਦੀਵਾਰੀ ਹੋਈ ਆ ਹਾਂਜੀ ਉੱਥੇ ਬੱਚੇ ਹੀ ਗਰੀਬਾਂ ਦੇ ਰਹਿ ਗਏ। ਜਿਹੜਾ ਮੈਂ ਅੰਕੜਾ ਦਿੱਤਾ ਆ ਕਿ 40 ਲੱਖ ਤੋਂ 8 ਲੱਖ ਬੱਚੇ ਰਹਿ ਗਏ। ਉਹਨਾਂ ਮਾਪਦੰਡ ਦੇ ਬੇਸ ਤੇ ਕੁਆਂਟੀਟੇਟਿਵ ਮੈਜ਼ਰਮੈਂਟ ਜਿਹੜੀਆਂ ਹੈਗੀਆਂ ਉਹਨਾਂ ਦੇ ਬੇਸ ਤੇ ਇਹ ਉੱਪਰ ਕੱਢਤਾ। ਇਹ ਸਾਰਾ ਮੈਨੀਪੂਲੇਟਡ ਹੈ। ਹਾਂਜੀ ਖੁੱਲਰ ਸਾਹਿਬ ਕੁਆਲਿਟੀ ਦੇ ਹਿਸਾਬ ਨਾਲ ਮੈਂ ਦੱਸਦਾ ਆ ਵੀ ਬੱਚਿਆਂ ਦੀ ਵਿਚਾਰਿਆਂ ਦੀ ਕੁਆਲਿਟੀ ਕੀ ਹੈ। ਉਹਨਾਂ ਚ ਕੋਈ ਕਲਰਕ ਵੀ ਨਹੀਂ ਬਣ ਰਹੇ। ਖੁੱਲਰ ਸਾਹਿਬ ਤੁਸੀਂ ਸੁਣ ਲੈ ਕਲਰਕ ਵੀ ਨਹੀਂ ਬਣ ਰਹੇ। ਇਸ ਮੁੱਦੇ ਤੇ ਵੀ ਆਪਾਂ ਸਿਆਸੀ ਛਤਰ ਛਾਇਆ ਲੈ ਰਹੇ ਹਾਂ ਕਿ ਸਕੂਲਾਂ ਨੂੰ ਨੰਬਰ 1 ਕੱਢ ਦਿਓ। ਇਹ ਐਲੀਗੇਸ਼ਨ ਆਮ ਆਦਮੀ ਪਾਰਟੀ ਲਾ ਰਹੀ ਹੈ ਕਿ ਸੈਂਟਰ ਗਵਰਨਮੈਂਟ ਦੀ ਦਿਆਨਤਦਾਰੀ ਦੇ ਨਾਲ ਨੰਬਰ 1 ਤੇ ਆਏ ਹੋ, ਤੁਸੀਂ ਆਪਣੀ ਮਿਹਨਤ ਨਾਲ ਨਹੀਂ ਆਏ। ਹਰਪ੍ਰੀਤ ਜੀ ਦਾਗ ਦੇਣੀ ਪਊਗੀ ਸੰਘੇੜਾ ਸਾਹਿਬ ਦੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ, ਜਿੰਨਾ ਸਿਰਫ ਝੂਠ ਦਾ ਹੀ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਤੇ ਟੀਵੀਆਂ ਤੇ ਬਹਿ ਕੇ। ਗੱਲ ਇਹ ਆ ਜਦੋਂ ਹਰਪ੍ਰੀਤ ਜੀ ਇਹਨਾਂ ਨੂੰ ਪੁੱਛੋ ਜਦੋਂ ਇਹ ਚੌਥੇ ਨੰਬਰ ਤੇ ਆਈ ਸੀ ਉਦੋਂ ਤੇ ਇਹਨਾਂ ਸਵਾਲ ਨਹੀਂ ਚੁੱਕੇ। ਅੱਜ ਜਦੋਂ ਇਹਨਾਂ ਦੀ ਪੂਅਰ ਪਰਫਾਰਮੈਂਸ ਐਜੂਕੇਸ਼ਨ ਮਾਡਲ ਜਿਹੜਾ ਹੈ ਵੱਡੇ ਵੱਡੇ ਇਸ਼ਤਿਹਾਰਾਂ ਨਾਲ ਟੀਵੀਆਂ ਨੂੰ ਐਡ ਦਿੰਦੇ ਸੀ, ਸੋਸ਼ਲ ਮੀਡੀਆ ਤੇ ਐਡ ਕਰਦੇ ਸੀ, ਜਿਵੇਂ ਹੈਲਥ ਦਾ ਕਰਦੇ ਸੀ, ਤੁਸੀਂ ਵੇਖਿਆ ਜੋ ਹਾਲ ਹੋਇਆ। ਔਰ ਜਿਹੜੀ ਯੂਨੀਅਨ ਗਵਰਨਮੈਂਟ ਦਾ ਜਿਹੜੇ ਨੋਰਮਸ ਨੇ ਉਹਦੇ ਮੁਤਾਬਕ ਮਾਪਦੰਡਾਂ ਦੇ ਮੁਤਾਬਕ ਸਾਰਾ ਕੁਝ ਗ੍ਰੇਡਿੰਗ ਹੁੰਦੀ ਹੈ ਜੀ। ਜੇ ਅੱਜ ਪੰਜਾਬ ਨੇ ਮੱਲ ਮਾਰੀ ਹੈ ਤੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ। ਸਿਰਫ ਇਹ ਸਿਆਸੀ ਰੋਟੀਆਂ ਸੇਕਣ ਲਈ ਬੇਤੁਕੇ ਬਿਆਨ ਹਰਪ੍ਰੀਤ ਜੀ ਇਹ ਦਿੰਦੇ ਨੇ। ਇਹ 70 ਮਾਪਦੰਡ ਸੀ ਜਿਨ੍ਹਾਂ ਦੇ ਉੱਤੇ ਇਹ ਰੈਂਕਿੰਗ ਹੋਈ ਹੈ, ਠੀਕ ਹੈ ਜੀ। ਔਰ ਇੱਕ ਇਹਨਾਂ ਨੂੰ ਮੈਂ ਦੱਸ ਦਿਆਂ ਸੰਘੇੜਾ ਸਾਹਿਬ ਨੂੰ ਕਿ ਆਪਣੀ ਤਿਆਰੀ ਰੱਖਿਆ ਕਰੋ, ਤੁਸੀਂ ਆਪਣੇ ਪਿਛੋਕੜ ਨੂੰ ਝਾਤੀ ਮਾਰਿਆ ਕਰੋ। 2 ਸਾਲ ਪਹਿਲਾਂ ਸਿਸੋਦੀਆ ਜੀ ਨੇ ਉੱਥੇ ਹਾਈ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਦਿੱਤਾ ਸੀ ਹਰਪ੍ਰੀਤ ਜੀ, ਉਹਦੇ 'ਚ ਇਹਨਾਂ ਨੇ ਆਪ ਮੰਨਿਆ ਕਿ 70% ਸਾਡੀ ਜਿਹੜੀ ਪੂਅਰ ਲਰਨਿੰਗ ਹੈ ਇਹ ਗੱਲ ਕਰਦੇ ਨੇ ਪੰਜਾਬ ਵੱਲ। ਮੈਨੂੰ ਦੱਸੋ ਅੱਜ ਜੇ ਪੰਜਾਬ ਦਾ ਰਿਜ਼ਲਟ ਵਧੀਆ ਆਇਆ ਵਾ, ਨਕਲ ਅਸੀਂ ਬੰਦ ਕੀਤੀ ਆ, ਐਨਰੋਲਮੈਂਟ 29% ਵਧੀ ਆ, ਪ੍ਰੀ ਪ੍ਰਾਇਮਰੀ ਅਸੀਂ ਹਲੇ ਸ਼ੁਰੂ ਹੀ ਕੀਤਾ, 3,78,000 ਦੀ ਐਨਰੋਲਮੈਂਟ ਬੱਚਿਆਂ ਦੀ ਹੋ ਗਈ ਹੈ। ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਨੇ? ਅੱਜ ਜਦੋਂ ਕੋਈ ਪੰਜਾਬ ਗੱਲ ਕਰਦਾ ਉਦੋਂ ਕਹਿ ਦਿੰਦੇ ਆ ਜੀ ਇਹ ਮਿਲੀ ਭੁਗਤ ਹੈ, ਇਹ ਮਿਲੀ ਭੁਗਤ ਹੈ। ਤੇ ਜਦੋਂ ਇਹ ਚੌਥੇ ਨੰਬਰ ਤੇ ਆਏ ਸੀ ਇਹਦਾ ਮਤਲਬ ਇਹ ਮਿਲੀ ਭੁਗਤ ਨਾਲ ਆ ਗਏ ਸੀ ਉੱਥੇ। ਖੁੱਲਰ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਪੋਲੀਟੀਕਲ ਪਾਰਟੀਆਂ ਨੂੰ ਮੈਂ ਹਟ ਕੇ ਪੁੱਛ ਰਿਹਾ, ਤੁਹਾਡੀਆਂ ਬੜੀਆਂ ਸਰਕਾਰੀ ਜਥੇਬੰਦੀਆਂ ਜਿਹੜੀਆਂ ਸਰਕਾਰੀ ਸਕੂਲਾਂ ਨਾਲ ਜੁੜੀਆਂ ਹੋਈਆਂ ਅਧਿਆਪਕ ਯੂਨੀਅਨ ਨੇ ਉਹ ਵੀ ਇਸ ਗੱਲ ਤੇ ਇਤਰਾਜ਼ ਜਤਾ ਰਹੀਆਂ ਨੇ। ਪ੍ਰਾਈਵੇਟ ਸਕੂਲਾਂ ਨਾਲ ਜੁੜੇ ਹੋਏ ਐਸੋਸੀਏਸ਼ਨ ਨਾਲ ਨੁਮਾਇੰਦੇ ਸਾਡੇ ਨਾਲ ਬੈਠੇ ਨੇ ਉਹ ਵੀ ਇਤਰਾਜ਼ ਜਤਾ ਰਹੇ ਨੇ। ਪੋਲੀਟੀਕਲ ਪਾਰਟੀਆਂ ਨੂੰ ਛੱਡ ਦਈਏ, ਇਹਨਾਂ ਜਥੇਬੰਦੀਆਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਮੈਨੀਪੂਲੇਟਡ ਹੈ, ਇਹ ਯਥਾਰਥ ਨਹੀਂ ਹੈ, ਇਹ ਸੱਚਾਈ ਨਹੀਂ ਹੈ ਜੋ ਇੰਡੈਕਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪਰ ਜੋ ਗਰਾਊਂਡ ਤੇ ਸਥਿਤੀ ਹੈ ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਹਰਪ੍ਰੀਤ ਜੀ ਐਗਜ਼ਾਮ ਤਾਂ ਹੋਏ ਨਹੀਂ ਨਾਲੇ ਜਿਹੜੇ ਉਦਾਂ ਹੀ ਪਾਸ ਕਰਤੇ ਉਹ ਗੱਲ ਇਹ ਆ ਹਰਪ੍ਰੀਤ ਜੀ, ਉਹ ਗੱਲ ਜਵਾਬ ਲੈ ਲਓ ਸੰਘੇੜਾ ਸਾਹਿਬ, ਹੌਸਲਾ ਰੱਖਿਆ ਕਰੋ, ਮਾਦਾ ਰੱਖਿਆ ਕਰੋ ਸੁਣਨ ਦਾ। ਹਰਪ੍ਰੀਤ ਜੀ ਗੱਲ ਇਹ ਆ ਜਿਹੜੀਆਂ ਜਥੇਬੰਦੀਆਂ ਨੇ ਸਰਕਾਰੀ ਜਾਂ ਜਿਹੜੇ ਪ੍ਰਾਈਵੇਟ ਵਾਲੇ ਇਹਨਾਂ ਨੇ ਤੇ ਉਂਗਲੀ ਕਰਨੀ ਆ ਜੀ, ਕਿਉਂਕਿ ਪ੍ਰਾਈਵੇਟ ਵਾਲਿਆਂ ਤੇ ਛੱਡ ਕੇ ਹੀ ਬੱਚੇ ਸਰਕਾਰੀ ਚ ਆਏ ਨੇ ਜੀ। ਮੈਂ ਸਮਝਦਾ ਵਾਂ ਕਿ ਇਹਨਾਂ ਦਾ ਵਿਰੋਧ ਕਰਨਾ ਜਾਇਜ਼ ਹੈ ਕਿਉਂਕਿ ਇਹਨਾਂ ਨੂੰ ਵੀ ਘਾਟਾ ਪਿਆ ਵਾ। ਜਿਹੜਾ ਇਨਫਰਾਸਟ੍ਰਕਚਰ ਔਰ ਜਿਹੜੀ ਐਜੂਕੇਸ਼ਨ ਕੁਆਲਿਟੀ ਡਿਜੀਟਲ ਪਲੇਟਫਾਰਮ ਅਸੀਂ ਜਾਰੀ ਕੀਤਾ, ਜਿਹੜੀ ਕੁਝ ਸਰਕਾਰੀ ਯੂਨੀਅਨ ਵਾਲੇ ਹੈਗੇ ਨੇ ਜੀ, ਜਿਹੜੇ ਕੋਈ ਬੰਦੇ ਚਾਹੁੰਦੇ ਨੇ ਕਿ ਸਾਡੀਆਂ ਨਜਾਇਜ਼ ਮੰਗਾਂ ਮੰਨੋ ਜਾਂ ਕਰੋ, ਉਹ ਇਹਦਾ ਵਿਰੋਧ ਕਰ ਰਹੇ ਆ ਜੀ। ਬਾਕੀ ਤੁਸੀਂ ਦੇਖੋ ਸਾਰੇ ਟੀਚਰਸ ਸਾਰੇ ਪੇਰੈਂਟਸ ਗਰਾਊਂਡ ਲੈਵਲ ਤੇ ਖੁਸ਼ ਨੇ ਜੀ ਵੀ ਇਨਫਰਾਸਟ੍ਰਕਚਰ ਵਧੀਆ ਹੋਇਆ ਵਾ। ਇੱਕ ਮਿੰਟ ਆਪਾਂ ਦੇਖ ਲੈਣੇ ਕਿੰਨੇ ਖੁਸ਼ ਨੇ। ਇੱਕ ਮਿੰਟ ਆਇਆ ਖੁੱਲਰ ਸਾਹਿਬ, ਮੈਂ ਫਟਾਫਟ ਸਾਰਾ ਤੋਂ ਸਿਆਸੀ ਬਿਆਨ ਲੈ ਲਵਾਂ ਫਿਰ ਮੈਂ ਦੂਜੇ ਪਾਸੇ ਜਾਣਾ। ਬਰਾੜ ਸਾਹਿਬ ਤੋਂ ਵੀ ਇੱਕ ਰਿਐਕਸ਼ਨ ਲੈ ਲਈਏ। ਬਰਾੜ ਸਾਹਿਬ ਇਹ ਦੋਵੇਂ ਚੀਜ਼ਾਂ ਤੁਸੀਂ ਵੇਖ ਚੁੱਕੇ ਹੋ, ਦਿੱਲੀ ਦੇ ਵਿੱਚ ਵੀ ਅਸੀਂ ਦੇਖਿਆ, ਪੰਜਾਬ ਦੇ ਵਿੱਚ ਵੀ ਦੇਖਿਆ। ਮੇਰਾ ਸਵਾਲ ਇੱਕ ਇਸ ਇੰਡੈਕਸ ਤੇ ਜ਼ਰੂਰ ਆਉਂਦਾ ਹੈ ਕਿ ਜਦੋਂ ਵੀ ਇਹਨਾਂ ਦੀ ਮਾਪਦੰਡ ਜਦੋਂ ਦੇਖੇ ਜਾਂਦੇ ਨੇ ਕਿ ਵਾਕਈ ਤੁਹਾਨੂੰ ਲੱਗਦਾ ਕਿ ਗਰਾਊਂਡ ਤੱਕ ਜਾਇਆ ਜਾਂਦਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਪਦੰਡ ਦਾ ਹਿੱਸਾ ਬਣਾਇਆ ਜਾਂਦਾ, ਜਾਂ ਏਸੀ ਕਮਰਿਆਂ 'ਚ ਬਹਿ ਕੇ ਹੀ ਸਿਰਫ ਇਹ ਮਾਪਦੰਡ ਤੈਅ ਕਰ ਦਿੱਤੇ ਜਾਂਦੇ ਨੇ, ਦੇਖ ਲਏ ਜਾਂਦੇ ਨੇ ਤਾਂ ਰੈਂਕਿੰਗ ਕੱਢ ਦਿੱਤੀ ਜਾਂਦੀ ਹੈ? ਹਰਪ੍ਰੀਤ ਜੀ ਮੈਂ ਇੱਕ ਬੇਨਤੀ ਕਰਾਂ ਕਿ ਸਿੱਖਿਆ ਦਾ ਜਦੋਂ ਵਰਡ ਮੂੰਹ ਚੋਂ ਨਿਕਲਦਾ ਹੈ ਤੇ ਉਹਦਾ ਇੱਕੋ ਗੱਲ ਹੁੰਦੀ ਹੈ ਕਿ ਪੜ੍ਹੇ ਲਿਖੇ ਜਾਂ ਪੜ੍ਹਨ ਲਿਖਣ ਨਾਲ ਤਾਲੁਕ ਹੈ ਜਾਂ ਪੜ੍ਹਾਈ ਨਾਲ ਤਾਲੁਕ ਹੈ। ਇਹ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਜਾਂ ਇਸ ਦੀ ਗੱਲ ਆਉਂਦੀ ਹੈ ਤੇ ਉਹ ਸਿੱਧਮ ਸਿੱਧਾ ਇਹਨਾਂ ਗੱਲਾਂ ਨਾਲ ਹੀ ਹੈ ਕਿ ਬੰਦਾ ਪੜ੍ਹਿਆ ਲਿਖਿਆ ਕਿੰਨਾ ਜਾਂ ਪੜ੍ਹੇ ਲਿਖੇ ਬਾਰੇ ਕੋਈ ਗੱਲ ਹੋ ਰਹੀ ਹੈ। ਔਰ ਜਿਹੜੇ ਅੰਕੜੇ ਆ, ਮੈਂ ਗਲਤ ਨਾ ਹੋਵਾਂ ਕਿਉਂਕਿ ਮੈਨੂੰ ਜਿੰਨੀ ਕੁ ਮੋਟੀ ਜੀ ਜਾਣਕਾਰੀ ਮਿਲੀ ਹੈ, ਜੇ ਕੋਈ ਗਲਤ ਹੋਈ ਤਾਂ ਕਰੈਕਟ ਕਰ ਦੇਣ, ਮੇਰੇ ਸਾਥੀ ਵੀ ਕਰ ਸਕਦੇ ਆ, ਤੁਸੀਂ ਵੀ ਕਰ ਸਕਦੇ ਹੋ। ਇਹ ਜਿਹੜੇ ਸਿਰਫ 30% ਨੰਬਰ ਰੱਖੇ ਆ ਪੜ੍ਹਾਈ ਦੇ ਤੇ ਬਾਕੀ ਰੱਖੇ ਆ ਐਡਮਿਨਿਸਟ੍ਰੇਟਿਵਲੀ ਪ੍ਰਿੰਸੀਪਲ ਜਾਂ ਡਿਪਾਰਟਮੈਂਟ ਕਿਵੇਂ ਚਲਾਉਂਦਾ ਜਾਂ ਬਾਕੀ ਦੀਆਂ ਚੀਜ਼ਾਂ ਦੇ 70% ਨੰਬਰ ਹੈ। ਹੁਣ ਜੇ ਤੁਸੀਂ ਅਸਲੀ ਪੜ੍ਹਾਈ ਦੇ ਲਈ ਤਾਂ 30% ਨੰਬਰ ਰੱਖੇ ਆ ਤੇ ਬਾਕੀ ਤੋਰੇ ਫੇਰੇ ਵਾਲੇ ਤੇ ਜਿਵੇਂ ਕਹਿੰਦੇ ਹੁੰਦੇ ਆ ਪ੍ਰੈਕਟੀਕਲ ਦੇ ਗ੍ਰੇਸ ਨੰਬਰ ਲਾਉਣੇ ਹੁੰਦੇ ਜਿਹੜੇ ਮਰਜ਼ੀ ਨਾਲ ਲਾ ਦਿਓ, ਉਹ ਹੁੰਦੇ ਆ ਜਿਹੜੇ ਉਹ 70% ਨੰਬਰ ਹੋ ਗਏ। ਉਹਨਾਂ ਦਾ ਤਾਂ ਕੋਈ ਪੈਮਾਨਾ ਫਿਰ ਬਹੁਤਾ ਕੋਈ ਵੇਖਣਾ ਕਿ ਨਹੀਂ ਵੇਖਣਾ ਕਿਸੇ ਨੇ।
ਕਿਉਂਕਿ ਨੰਬਰਾਂ ਦੀ ਅਕੈਡਮਿਕ ਦੇ ਆਧਾਰ ਤੇ ਚੈੱਕ ਕੀਤਾ ਜਾ ਸਕਦਾ ਕਿ ਵਾਕਈ ਨੰਬਰਾਂ ਦੇ ਆਧਾਰ ਤੇ ਠੀਕ ਲੱਗੇ ਆ ਕਿ ਨਹੀਂ ਲੱਗੇ, ਜਾਂ ਪੜ੍ਹਾਈ ਦੇ ਕੀ ਅੰਕੜੇ ਆ ਕਿ ਨਹੀਂ ਅੰਕੜੇ। ਉਹ ਤਾਂ ਸਿਰਫ 30% ਹੈ, ਘੱਟ ਗਿਣਤੀ 'ਚ ਰਹਿ ਗਏ ਉਹ ਨੰਬਰ ਤਾਂ, ਤੇ ਦੂਜੇ ਵੱਧ ਹੈ। ਇੱਕ ਗੱਲ, ਦੂਜੀ ਗੱਲ ਇਹ ਕਹਿੰਦੇ ਆ ਕਿ ਬਹੁਤ ਵਧੀਆ ਹੈ ਹੁਣ ਸਾਡੇ ਜਿਹੜੇ ਗੁਰੂ ਨੇ, ਕਿਉਂਕਿ ਟੀਚਰ ਸਾਡਾ ਗੁਰੂ ਦੇ ਦਰਜੇ ਦੇ ਬਰਾਬਰ ਹੈ, ਇਹ ਵੱਖਰੀ ਗੱਲ ਹੈ। ਪਟਿਆਲੇ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ 3 ਮਹੀਨਿਆਂ ਤੋਂ ਟੈਂਕੀ ਤੇ ਹੀ ਬੈਠੇ ਨੇ, ਕੁਝ ਧਰਨੇ ਲਾਈ ਬੈਠੇ ਆ, ਨਿੱਤ ਡਾਂਗਾ ਹੀ ਭਰਾਈ ਜਾਂਦੇ ਆ ਗੁਰੂਆਂ ਦੇ ਉੱਤੇ। ਇਹੋ ਜਿਹੇ ਹਾਲਾਤ ਨੇ। ਤਾਂ ਮੈਂ ਇੱਕ ਗੱਲ ਕਹਾਂ ਕਿ ਜਿਸ ਦਿਨ ਇਹਨਾਂ ਨੇ ਆਪਦਾ ਮਤਲਬ ਮੁੱਖ ਮੰਤਰੀ ਸਾਹਿਬ ਨੇ ਆਪਦੇ ਪੇਜ ਤੇ ਪਾਇਆ ਔਰ ਸਾਰੇ ਪ੍ਰਿੰਸੀਪਲਾਂ ਦੀ ਡਿਊਟੀ ਲਿਖਤੀ ਰੂਪ ਚ ਲਾਈ ਕਿ ਤੁਸੀਂ ਇੰਨੇ ਲਾਈਕ ਕਰਨੇ ਨੇ, ਕਮੈਂਟ ਕਰਨੇ, ਸ਼ੇਅਰ ਕਰਨੇ ਆ, 1 ਘੰਟੇ ਦੇ ਵਿੱਚ 1600 ਤਾਂ ਲਾਈਕ ਮਿਲਿਆ ਔਰ 4500 ਡਿਸਲਾਈਕ ਮਿਲਿਆ। ਸੇਮ ਸਥਿਤੀ ਜਿਹੜੀ ਆ ਉਹ ਮੰਤਰੀ ਦੀ ਬਣੀ ਹੋਈ ਆ। ਹੁਣ ਜੇ ਸਾਡੇ ਜਿਹੜੇ ਟੀਚਰ ਸਾਹਿਬਾਨ ਨੇ, ਜਿਹੜੇ ਗੁਰੂ ਦੇ ਦਰਜੇ ਦੇ ਦਿੱਤੇ ਹੋਏ ਨੇ, ਜੇ ਉਹੀ ਨਹੀਂ ਲਾਇਕ ਕਰ ਰਹੇ ਜਾਂ ਉਹੀ ਨਹੀਂ ਇਸ ਚੀਜ਼ ਨੂੰ ਮੰਨ ਰਹੇ ਵੀ ਅਸਲੀਅਤ ਦੇ ਵਿੱਚ ਕੀ ਹੈ, ਤੇ ਫਿਰ ਬਾਕੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਮਨਾਉਣ ਦੀ ਇਹਨਾਂ ਨੂੰ ਕੀ ਲੋੜ ਪਈ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹ ਟੋਟਲ ਬੋਗਸ ਅੰਕੜੇ ਕੀਤੇ ਗਏ ਆ। ਔਰ ਮੈਂ ਇੱਕ ਗੱਲ ਕਹਾਂ ਕਿ ਕਿੰਨੇ % ਸਕੂਲਾਂ ਦੇ, ਮੈਂ ਪਰਸੋਂ ਚੌਥੇ ਮੁਲਾਜ਼ਮ ਜਥੇਬੰਦੀਆਂ ਮਿਲੀਆਂ ਸੀ, ਮੇਰੇ ਦਿਮਾਗ ਤੋਂ ਸਲਿੱਪ ਹੋ ਗਿਆ, ਕਿੰਨੇ % ਸਕੂਲਾਂ ਦੇ 100/100% ਕਹਿੰਦੇ ਰਿਜ਼ਲਟ ਆ ਗਿਆ। ਉਹ 100% ਆਉਣਾ ਹੀ ਹੈ। ਦੋਵੇਂ ਗੱਲਾਂ 'ਚ ਨਾ ਪੇਪਰ ਲਏ ਤੇ ਨਾ ਕੋਈ ਗੱਲ ਨਾ ਕੋਈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਦੋਵੇਂ ਗੱਲਾਂ 'ਚ ਇੱਕ ਫਰਕ ਤਾਂ ਹੈਗਾ ਨਾ। ਇੱਕ ਤਾਂ ਇਹ ਹੋ ਸਕਦਾ ਕਿ ਕੋਈ ਕਲੈਰੀਕਲ ਮਿਸਟੇਕ ਹੋਈ ਹੋਵੇ, 30% 70% ਦਾ ਜਿਵੇਂ ਤੁਸੀਂ ਫਰਕ ਦੱਸਿਆ ਉਹ ਹੋਵੇ, ਜਾਂ ਇੱਕ ਇਹ ਚੀਜ਼ ਹੋਵੇ ਕਿ ਜਾਣ ਬੁੱਝ ਕੇ ਪੰਜਾਬ ਨੂੰ ਨੰਬਰ 1 ਬਣਾਇਆ ਗਿਆ, ਜਿਵੇਂ ਆਮ ਆਦਮੀ ਪਾਰਟੀ ਐਲੀਗੇਸ਼ਨ ਲਗਾ ਰਹੀ ਹੈ ਕਿ ਦੋਵੇਂ ਰਲੇ ਹੋਏ ਨੇ, ਇਸ ਕਰਕੇ ਨੰਬਰ 1 ਹੈ। ਇਹ ਦੋਵਾਂ 'ਚ ਫਰਕ ਹੈ। ਤੁਹਾਡੀ ਨਜ਼ਰ ਦੇ ਵਿੱਚ ਉਹ ਚੀਜ਼ ਨਹੀਂ ਹੈ, ਤੁਹਾਡੀ ਨਜ਼ਰ ਦੇ ਵਿੱਚ ਇਹ ਅੰਕੜਿਆਂ ਦੀ ਹੇਰ-ਫੇਰ ਹੈ? ਨਹੀਂ, ਮੈਂ ਬੇਨਤੀ ਇਹੀ ਕਰਾਂ, ਜਿਹੜੀ ਰਲੇ ਹੋਏ ਸ਼ਬਦ ਹੈ, ਪਹਿਲਾਂ ਇੱਕ ਗਰਾਊਂਡ ਤਾਂ ਬਣਦੀ ਹੈ ਨਾ, ਫਿਰ ਮੈਚ ਖੇਡਣ ਲੱਗਦੇ ਆ, ਫਿਰ ਰੈਫਰੀ ਇੱਕ ਪਾਸੜ ਜਿਹੜੇ ਫੈਸਲੇ ਕਰਕੇ ਤੇ ਇੱਕ ਟੀਮ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ, ਉਹ ਬਾਅਦ ਦੀ ਗੱਲ ਹੁੰਦੀ ਹੈ। ਪਹਿਲਾਂ ਧਰਤੀ ਤੋਂ ਹੀ ਆਵਾ ਉੱਤੇ ਪਿਆ, ਪਹਿਲਾਂ ਧਰਤੀ ਤੋਂ ਹੀ ਇਹਨਾਂ ਨੇ ਇਹੋ ਜਿਹਾ ਮਤਲਬ ਮਾਹੌਲ ਕ੍ਰੀਏਟ ਕਰ ਰੱਖਿਆ ਕਿ ਜਿਹੜੇ ਅੰਕੜੇ ਤੁਸੀਂ ਭੇਜੋਗੇ ਉੱਥੇ ਅੱਖਾਂ ਮੀਚ ਕੇ ਪਾਸ ਕਰ ਲੈਣਗੇ ਤੇ 1 ਨੰਬਰ ਤੇ ਲਿਆਉਣਗੇ। ਮਿਲੀ ਭੁਗਤ ਵੀ ਸਾਹਮਣੇ ਆਊਗੀ, ਆਉਣ ਵਾਲੇ ਦਿਨਾਂ 'ਚ ਸ਼ਰੇਆਮ ਆਏਗੀ, ਕਿਉਂਕਿ ਇਹਨਾਂ ਗੱਲਾਂ ਦਾ ਆਡਿਟ ਤਾਂ ਕੋਈ ਹੈ ਨਹੀਂਗਾ। ਤੇ ਜੋ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਕਿ ਜਿਹੜੇ ਪੜ੍ਹਾਈ ਦੇ ਬਾਰੇ ਦੇ ਵਿੱਚ ਚੈੱਕ ਕਰਨਾ ਐਜੂਕੇਸ਼ਨ ਦੇ ਮਾਮਲੇ 'ਚ, ਉਹ ਸਿਰਫ 30% ਨੰਬਰ ਹੈਗੇ ਆ। ਇਸ ਕਰਕੇ ਬੇਨਤੀ ਇਸ ਗੱਲ ਦੀ ਹੈਗੀ ਆ, ਅੱਜ ਟੀਚਰ ਭਰਤੀ ਨਹੀਂ ਕੀਤੇ, ਅੱਜ ਹੋਰ ਕੋਈ ਸਹੂਲਤ ਵੱਖਰੀ ਇਸ ਪੰਜਾਬ ਦੇ ਵਿੱਚ ਦਿੱਤੀ ਨਹੀਂ। ਲੋਕਲ ਪਿੰਡਾਂ ਦੁਆਰਾ ਜਾਂ ਟੀਚਰਾਂ ਨੇ ਆਪਦੀ ਜੇਬ ਚੋਂ 4-4 5-5 ਹਜ਼ਾਰ ਰੁਪਇਆ ਕੱਢ ਕੇ ਬਾਹਰਲੀਆਂ ਕੰਧਾਂ ਤੇ ਫੁੱਲ ਬੂਟੇ ਜ਼ਰੂਰ ਬਣਾਤੇ ਜਾਂ ਪੇਂਟਿੰਗਾਂ ਜ਼ਰੂਰ ਕਰਤੀਆਂ। ਜੇ ਇਕੱਲੇ ਉਹਦੇ ਨਾਲ ਸਮਾਰਟ ਬਣਦਾ, ਔਰ 1.5-2 ਸਾਲ ਤੋਂ ਤਾਂ ਵੈਸੇ ਹੀ ਸਕੂਲ ਬੰਦ ਪਏ ਆ। ਇਸ ਕਰਕੇ ਇਹ ਗੱਲਾਂ ਸਾਰੀਆਂ, ਹੁਣ ਸਾਡਾ ਇਤਿਹਾਸ ਹੈ, ਇਤਿਹਾਸ ਦੇ ਟੀਚਰਾਂ ਦੀਆਂ ਅਸਾਮੀਆਂ ਹੀ ਖਤਮ ਕਰਤੀਆਂ ਇਹਨਾਂ ਨੇ। ਪਿੱਛੇ ਪਹਿਲਾਂ ਇਤਿਹਾਸ ਬਦਲਿਆ ਸਾਡਾ, ਉਦੋਂ ਰੌਲਾ ਪਿਆ। ਜੇ ਇਤਿਹਾਸ ਦੀਆਂ ਕਿਤਾਬਾਂ ਪੁਰਾਣੀਆਂ ਲਾਗੂ ਕਰਾ ਲਈਆਂ ਸੀ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ, ਹੁਣ ਇਤਿਹਾਸ ਦੀਆਂ ਪੋਸਟਾਂ ਹੀ ਖਤਮ ਕਰੀ ਜਾਂਦੇ ਆ। ਠੀਕ ਹੈ, 1 ਮਿੰਟ ਆਇਆ ਮੈਂ ਏਰੀਆ ਦੇ ਵਿੱਚ ਬਿਆਨ ਬਾਕੀਆਂ ਤੋਂ ਲੈ ਤੂਰੀ ਸਾਹਿਬ ਇਹ ਕਹਿ ਰਹੇ ਨੇ, ਪ੍ਰਿੰਸ ਖੁੱਲਰ ਹੋਰਾਂ ਨੇ ਵੀ ਕਿਹਾ ਕਿ ਤੁਹਾਨੂੰ ਤਾਂ ਸੇਕ ਲੱਗਣਾ ਹੀ ਲੱਗਣਾ ਨਾ। 6 ਲੱਖ ਬੱਚਾ ਜਦੋਂ ਪ੍ਰਾਈਵੇਟ ਸਕੂਲਾਂ ਤੋਂ ਨਿਕਲ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾਏਗਾ ਤੇ ਤੁਹਾਨੂੰ ਤਾਂ ਸੇਕ ਲੱਗੇਗਾ ਹੀ ਲੱਗੇਗਾ। ਤੁਸੀਂ ਤਾਂ ਸਰਕਾਰ ਦੇ ਖਿਲਾਫ ਬੋਲੋਗੇ ਹੀ ਬੋਲੋਗੇ। ਨਹੀਂ ਜੀ, ਇਸ ਤਰ੍ਹਾਂ ਨਹੀਂ ਹੈ। ਇਹ ਅੰਕੜਾ ਠੀਕ ਹੈ ਕਿ 6 ਲੱਖ ਬੱਚੇ ਤੁਹਾਡੇ ਸਕੂਲਾਂ ਚੋਂ ਨਿਕਲ ਗਏ? ਮੌਕਾ ਦੇ ਮੈਂ ਸਾਰਾ ਇਹਨੂੰ ਬਿਲਕੁਲ ਕਲੀਅਰ ਕਰ ਦਿੰਦਾ। ਹਾਂ ਕਰੋ। ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਜੀ ਪੂਰੇ ਪੰਜਾਬ ਨੂੰ ਵੀ ਚਲੋ ਜਿਵੇਂ ਵੀ ਹੈ ਵੀ ਆਪਣਾ ਪੰਜਾਬ ਪਹਿਲੇ ਨੰਬਰ ਤੇ ਆਇਆ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋਊਂਗਾ। ਇਹਦਾ ਮਤਲਬ ਇਹ ਨਹੀਂ ਮੈਂ ਜੇ ਪ੍ਰਾਈਵੇਟ ਸੰਸਥਾਵਾਂ ਦੀ ਨੁਮਾਇੰਦਗੀ ਕਰਨਾ, ਮੇਰਾ ਫਰਜ਼ ਹਮੇਸ਼ਾ ਸਰਕਾਰ ਨੂੰ ਨਿੰਦਣਾ, ਸਹੀ ਗੱਲ ਨੂੰ ਸਹੀ ਕਿਹਾ ਜਾਊ ਤੇ ਗਲਤ ਨੂੰ ਗਲਤ ਕਿਹਾ ਜਾਊਗਾ। ਜਿੱਥੋਂ ਤੱਕ ਇਹ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੀ ਗੱਲ ਹੈ, ਤੇ ਹੁਣ ਇੱਕ ਗੱਲ ਦਾ ਜ਼ਰੂਰ ਸਮਝ ਆਇਆ ਵੀ ਜੋ ਪਿਛਲੇ 1.5 ਸਾਲ ਤੋਂ ਐਕਟੀਵਿਟੀਜ਼ ਹੋ ਰਹੀਆਂ ਸੀ ਉਹ ਇਹਦੇ ਲਈ ਹੀ ਹੋ ਰਹੀਆਂ ਸੀ। ਜੇ ਅੱਜ ਇਹ ਪੋਜੀਸ਼ਨ ਆਈ ਹੈ, ਇਸ ਦੇ ਵਿੱਚ ਐਨਰੋਲਮੈਂਟ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਅੱਧੀ ਸ਼ਹਾਦਤ ਤਾਂ ਪ੍ਰਾਈਵੇਟ ਸਕੂਲਾਂ ਦੀ ਹੈ ਜਿਨ੍ਹਾਂ ਦਾ ਬੱਚਿਆਂ ਨੂੰ ਫੈਚ ਕਰਕੇ ਇਹ ਡਾਟਾ ਦਿਖਾਇਆ ਗਿਆ। ਤਾਂ ਹੁਣ ਮੈਂ ਜਿੱਥੋਂ ਤੱਕ ਗੱਲ ਕਰਾਂ ਵੀ ਅਗਰ ਇਸ ਨੂੰ ਪੂਰੇ ਦੇ ਪੈਰਾਮੀਟਰਸ ਨੂੰ ਡਿਟੇਲ ਦੇ ਵਿੱਚ ਦੇਖਿਆ ਜਾਵੇ, ਅਗਰ ਆਪਾਂ ਇੱਕ ਦੀ ਗੱਲ ਕਰ ਲਈਏ, ਮੈਂ ਇੱਥੇ ਤੁਹਾਨੂੰ ਜਿਹੜਿਆਂ 'ਚ ਸੱਚ ਆ ਉਹ ਵੀ ਦੱਸ ਸਕੂੰਗਾ ਵੀ ਆ ਬਿਲਕੁਲ ਸੱਚ ਹੈ। ਜਲਦੀ ਥੋੜਾ ਜਿਹਾ ਦੇਖੋ, ਗਵਰਨੈਂਸ ਦੇ ਵਿੱਚ ਕੋਈ ਗੱਲ ਨਹੀਂ ਹੈਗੀ, ਜਿਵੇਂ ਪਹਿਲਾਂ ਬਰਾੜ ਸਾਹਿਬ ਨੇ ਵੀ ਕਹੀ ਹੈ, ਇਹ ਉਹ ਪੈਰਾਮੀਟਰ ਨੇ ਜਿੱਤੇ ਕੋਈ ਇਤਰਾਜ਼ ਨਹੀਂ, ਅਕਿਊਟੀ ਤੇ ਵੀ ਕੋਈ ਕਿਸੇ ਨੂੰ ਇਤਰਾਜ਼ ਨਹੀਂ। ਇੱਕ ਲਰਨਿੰਗ ਆਊਟਕਮ ਜਿਹਦੀ 30% ਦੀ ਗੱਲ ਕੀਤੀ ਜਾ ਰਹੀ ਸੀ, ਉਹਨਾਂ ਵਿੱਚੋਂ ਇਹਨਾਂ ਦੇ ਨੰਬਰ ਆਏ ਨੇ 126 180 ਦੇ ਵਿੱਚੋਂ। ਤੇ ਮੈਂ ਦੱਸਣਾ ਚਾਹਣਾ ਵੀ ਇਸ ਪਰਫਾਰਮੈਂਸ ਦੇ ਜਿਹੜੀ ਇੰਡੈਕਸ ਹੈਗਾ, ਇਸ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਨੂੰ ਕਿਤੇ ਵੀ ਸਥਾਨ ਨਹੀਂ ਹੈ। 2017 ਵਿੱਚ ਇੱਕ NAS ਜਿਹੜੀ ਹੈਗੀ ਨੈਸ਼ਨਲ ਸਰਵੇ ਹੋਇਆ ਸੀ, ਉਦੋਂ ਅਸੈਸਮੈਂਟ ਹੋਈ ਸੀ, ਉਦੋਂ ਅਸੀਂ ਕਾਫੀ ਪਿੱਛੇ ਸੀ। ਇਸ ਇੰਡੈਕਸ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਨੂੰ ਕਿਤੇ ਥਾਂ ਨਹੀਂ ਹੈ। ਮੈਂ ਜਿਹੜਾ ਲਾਸਟ ਸਰਵੇ ਹੋਇਆ ਸੀ ਕੁਆਲਿਟੀ ਦਾ, ਮੈਂ ਥੋੜਾ ਦੱਸਣਾ ਚਾਹੂੰਗਾ। 5th ਕਲਾਸ ਦੇ ਬੱਚੇ ਸਿਰਫ 37% ਬੱਚੇ ਸੀ ਜਿਹੜੇ 50% ਕੁਐਸਚਨਾਂ ਦਾ ਆਨਸਰ ਦੇ ਸਕੇ ਸੀ, ਔਰ 8ਵੀਂ ਦੇ ਸਿਰਫ 12% ਬੱਚੇ ਸੀ ਜਿਹੜੇ 50% ਕੁਐਸਚਨਾਂ ਦਾ ਆਨਸਰ ਦੇ ਸਕੇ ਸੀ। ਇਹ ਸਾਡਾ ਜਿਹੜਾ ਪੰਜਾਬ ਦਾ ਲਾਸਟ
ਕੁਆਲਿਟੀ ਸਰਵੇ ਹੋਇਆ ਸੀ ਉਹ ਤਾਂ ਇਹ ਹੈ, ਕੁਆਲਿਟੀ ਐਜੂਕੇਸ਼ਨ ਕੁਆਲਿਟੀ ਸਰਵੇ। ਐਜੂਕੇਸ਼ਨ ਸਰਵੇ ਇਹ ਹੈ। ਜਿਹੜਾ ਇਹ ਸਰਵੇ ਹੈਗਾ ਇਸ ਦੇ ਵਿੱਚ ਤਾਂ ਹੁਣ ਇਹੋ ਜਿਹੀਆਂ ਗੱਲਾਂ ਨੇ ਜਿਵੇਂ ਇਨਫਰਾਸਟ੍ਰਕਚਰ ਆ, ਲੈਬ ਆ। ਮੈਂ ਇੱਕ ਹੁਣ ਹੋਰ ਗੱਲ ਸਾਂਝੀ ਕਰਨੀ ਚਾਹਣਾ, ਇੱਕ ਇਹਨਾਂ ਦੇ ਵਿੱਚ ਹੈਗਾ ਇਨਫਰਾਸਟ੍ਰਕਚਰ ਵਾਲੇ ਦੇ ਵਿੱਚ ਹੈਗਾ ਜੀ ਡਰਿੰਕਿੰਗ ਵਾਟਰ ਹੈ, ਲਾਇਬ੍ਰੇਰੀਜ਼ ਨੇ, ਰੈਂਪ ਨੇ, ਇਹੋ ਜਿਹਾ ਕੁਛ। ਮੈਨੂੰ ਤਾਂ ਨਹੀਂ ਲੱਗਦਾ ਮੈਂ ਕਿਸੇ ਸਰਕਾਰੀ ਸਕੂਲ 'ਚ ਇੱਕ ਅੱਧੇ ਨੂੰ ਛੱਡ ਕੇ ਕਿਤੇ ਰੈਂਪ ਦੇਖਿਆ ਹੋਊਗਾ। ਸੋ ਕਿਤੇ ਨਾ ਕਿਤੇ ਇਹ ਡਾਟਾ ਜਿਹੜਾ ਹੈਗਾ ਉਹ ਪਰਫਾਰਮੈਂਸ ਭਰਿਆ ਗਿਆ। ਮੈਨੂੰ ਲੱਗਦਾ ਇਹਦੀ ਰੀਅਲ ਅਸੈਸਮੈਂਟ ਨਹੀਂ ਹੋਈ ਹੈਗੀ। ਲੇਕਿਨ ਇੱਕ ਅਸੀਂ ਸਾਡੇ ਨਹੀਂ, ਪਰ ਤੁਸੀਂ ਇਹ ਤਾਂ ਮੰਨਦੇ ਹੋ ਨਾ ਕਿ ਇਨਫਰਾਸਟ੍ਰਕਚਰ ਇਹਦਾ ਮਤਲਬ ਪੰਜਾਬ 'ਚ ਸਹੀ ਹੈ, ਪੰਜਾਬ ਦੇ ਸਕੂਲਾਂ ਦੇ ਵਿੱਚ ਨਹੀਂ ਹੈਗਾ। ਔਰ ਜੇ ਇਹ ਸਹੀ ਹੈ ਤਾਂ ਮਤਲਬ ਸਾਰੇ ਦੇਸ਼ ਦਾ ਬੇੜਾ ਗਰਕ ਆ। ਔਰ ਇੱਕ ਗੱਲ ਦੱਸਣੀ ਚਾਹਣਾ ਮੈਂ, ਇੱਕ ਅਸੀਂ RTI ਰਾਹੀਂ ਸਾਡੀ ਇੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਐਸੋਸੀਏਸ਼ਨ ਨੇ ਡਾਟਾ ਲਿਆ ਜੀ। ਹਾਂ ਉਹਦੇ ਚ ਸਾਰੇ ਸਰਕਾਰੀ ਸਕੂਲਾਂ ਤੋਂ ਪੁੱਛਿਆ ਗਿਆ ਵੀ ਕੀ ਤੁਹਾਡੇ ਕੋਲ ਫਾਇਰ ਸੇਫਟੀ ਦੇ ਅਰੇਂਜਮੈਂਟ ਹੈਗੇ ਨੇ, ਕੀ ਤੁਹਾਡੇ ਕੋਲ ਬਿਲਡਿੰਗ ਸੇਫਟੀ ਦੇ ਸਰਟੀਫਿਕੇਟ ਹੈਗੇ ਨੇ, ਕੀ ਤੁਹਾਡੇ ਕੋਲ ਡਰਿੰਕਿੰਗ ਵਾਟਰ ਦੇ RO ਦਾ ਇੰਤਜ਼ਾਮ ਹੈਗਾ। ਸਾਰਿਆਂ ਨੇ ਨੋ ਲਿਖ ਕੇ ਭੇਜਿਆ ਜੀ। ਤੇ ਜੇ ਉੱਥੇ ਨੋ ਆ ਤੇ ਫਿਰ ਇੱਥੇ ਜੈਸ ਕਿਵੇਂ ਹੋ ਗਿਆ? ਇਸ ਪੈਰਾਮੀਟਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਹੈਗਾ, ਜਿਹੜਾ ਡਰਿੰਕਿੰਗ ਵਾਟਰ ਦੇ ਵਿੱਚ ਹੈਗਾ, ਉਹ ਕਿਵੇਂ ਹੈਗਾ? ਫਿਰ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜੋ ਐਲੀਗੇਸ਼ਨ ਲਾ ਰਹੀ ਹੈ ਉਹਦੇ 'ਚ ਕੁਝ ਸੱਚਾਈ ਹੋ ਸਕਦੀ? ਦੇਖੋ, ਮੈਂ ਚ ਮਿਲੇ ਵਾਲੀ ਗੱਲ ਤਾਂ ਨਹੀਂ ਕਰੂੰਗਾ। ਮੈਂ ਇਹ ਗੱਲ ਕਹੂੰਗਾ ਵੀ ਇਹ ਬਹੁਤ ਸੋਚ ਸਮਝ ਕੇ ਡਾਟਾ ਭਰੇ ਗਏ ਨੇ, ਇਹ ਪੂਰੀ ਤਿਆਰੀ ਨਾਲ ਭਰੇ ਗਏ ਨੇ। ਸ਼ਾਇਦ ਪੰਜਾਬ ਸਰਕਾਰ ਨੂੰ ਚੈਲੰਜ ਸੀਗਾ ਆਮ ਆਦਮੀ ਪਾਰਟੀ ਦਾ ਵੀ ਉਹ ਦਾਅਵਾ ਕਰਦੀ ਸਾਡੇ ਅੱਛੇ ਸਕੂਲ ਨੇ, ਉਸ ਦਾਅਵੇ ਨੂੰ ਕੰਪੀਟ ਕਰਨ ਦੇ ਲਈ ਇਹਨਾਂ ਨੇ ਪਰਫਾਰਮੇ ਬਹੁਤ ਸੋਹਣੇ ਤਰੀਕੇ ਨਾਲ ਭਰੇ ਹੋ ਸਕਦੇ ਨੇ, ਪਰ ਗਰਾਊਂਡ ਰਿਐਲਿਟੀ ਤੇ ਲੋਕਾਂ ਨੂੰ ਜਿਹੜਾ ਹੈਗਾ ਫਰਕ ਹੈ। ਠੀਕ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਉਹ ਜਿਹੜਾ ਆਪਾਂ ਗੱਲ ਕਰਦੇ ਪਰ ਸਾਹਿਬ ਇਹਦੇ ਨਾਲ ਤਾਂ ਤੁਹਾਨੂੰ ਨੁਕਸਾਨ ਵੀ ਤਾਂ ਹੋਏਗਾ ਨਾ। ਹੁਣ ਸਰਕਾਰੀ ਸਕੂਲਾਂ ਦੀ ਵੱਧ ਚੜ ਕੇ ਐਡਵਰਟਾਈਜ਼ਮੈਂਟ ਇਹੀ ਕੀਤੀ ਜਾਏਗੀ ਨਾ, ਨੰਬਰ 1 ਤੇ ਹੈ ਜੀ ਸਾਡੇ ਸਰਕਾਰੀ ਸਕੂਲ। ਤੁਸੀਂ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਓ ਬੱਚਿਆਂ ਦੀ, ਜਿਵੇਂ ਖੁੱਲਰ ਸਾਹਿਬ ਨੇ ਕਿਹਾ ਕਿ ਐਨਰੋਲਮੈਂਟ ਇੰਨੀ ਵੱਧ ਗਈ ਹੈ, ਫਿਰ ਪ੍ਰਾਈਵੇਟ ਸਕੂਲਾਂ 'ਚ ਕੌਣ ਜਾਊਗਾ? ਹਰਪ੍ਰੀਤ ਜੀ, ਮੈਂ ਇੱਕੋ ਗੱਲ 'ਚ ਨਿਬੜਨਾ ਚਾਹਣਾ, ਜਿਹੜੇ ਪੈਰਾਮੀਟਰਸ ਦੇ ਇਹ ਇੱਕ ਅਸੈਸਮੈਂਟ ਪਹਿਲੀ ਗੱਲ ਦੱਸਣਾ ਚਾਹਣਾ, ਇਹ ਸਿਰਫ ਸਰਕਾਰੀ ਸਕੂਲਾਂ ਦੀ ਆ। ਇਹ 'ਚ ਏਡਡ ਸ਼ਾਮਲ ਨਹੀਂ ਹੈਗੇ, ਇਹਦੇ ਵਿੱਚ ਪ੍ਰਾਈਵੇਟ ਸ਼ਾਮਲ ਨਹੀਂ। ਇਹਦਾ ਮਤਲਬ ਜੇ ਸਾਨੂੰ ਸ਼ਾਮਲ ਕਰ ਲਿਆ ਜਾਂਦਾ ਫਿਰ ਤਾਂ ਰਿਜ਼ਲਟ 300-400% ਆ ਜਾਂਦਾ। ਇਹ ਤਾਂ ਇਕੱਲੇ ਸਰਕਾਰੀ ਸਕੂਲਾਂ ਦਾ ਇੰਨਾ ਰਿਜ਼ਲਟ ਆ। ਦੂਜੀ ਗੱਲ ਇੱਕ ਮੈਂ ਹੋਰ ਦੱਸਣਾ ਚਾਹਣਾ, ਕਿਸੇ ਸਟੇਟ ਦੀ ਪਰਫਾਰਮੈਂਸ ਉੱਥੋਂ ਦੇ ਪੜ੍ਹਨ ਵਾਲੇ 45% ਬੱਚਿਆਂ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ। 55% ਵਿਦਿਆਰਥੀ ਤਾਂ ਪ੍ਰਾਈਵੇਟ ਸਾਡੇ ਕੋਲ ਪੜ੍ਹਦੇ ਨੇ, ਉਹ ਇੰਡੈਕਸ ਕਿੱਥੇ ਗਿਆ? ਉਹਨਾਂ ਦੀ ਇਨਵੋਲਵਮੈਂਟ ਕਿੱਥੇ ਗਈ? ਚਲੋ ਠੀਕ ਹੈ, ਇੱਕ ਮਿੰਟ ਮੈਂ ਚਾਹਲ ਸਾਹਿਬ ਤੋਂ ਲੈਣਾ। ਚਾਹਲ ਸਾਹਿਬ ਤੋਂ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਜਿਹੜਾ ਅਵੱਲਾ ਹੀ ਹੁਕਮ ਸੁਣਾਇਆ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ, ਫਿਰ ਆਪਾਂ ਚਾਹਲ ਸਾਹਿਬ ਤੋਂ ਵੀ ਲਾਂਗੇ। ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਨੇ ਕਿਹਾ ਕਿ ਸਰਕਾਰ ਕਹਿੰਦਾ ਹੈ ਕਿ ਵਿਭਾਗ ਦੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਲਾਈਕ ਕੀਤੀਆਂ ਜਾਣ। ਇਹ ਸਾਰੇ ਅਧਿਆਪਕਾਂ ਨੂੰ ਹੁਕਮ ਦਿੱਤੇ ਗਏ ਨੇ, ਵਿਭਾਗ ਦੀਆਂ ਜੋ ਵੀ ਸਰਗਰਮੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਲਾਈਕ ਕੀਤਾ ਜਾਵੇ। ਹਰੇਕ ਅਧਿਆਪਕ ਨੂੰ 10 ਲਾਈਕ, 10 ਕਮੈਂਟ ਤੇ 10 ਸ਼ੇਅਰ ਕਰਾਉਣ ਦਾ ਟੀਚਾ ਦਿੱਤਾ ਗਿਆ ਕਿ ਤੁਸੀਂ ਇਹ ਕਰਨਾ ਹੈ। 10 ਜੂਨ ਤੋਂ ਲੈ ਕੇ 1 ਜੁਲਾਈ ਤੱਕ ਲਾਈਕ ਪ੍ਰਕਿਰਿਆ ਚਲਾਉਣ ਦੇ ਹੁਕਮ ਦਿੱਤੇ ਗਏ ਸੀਗੇ। ਅਧਿਆਪਕਾਂ ਨੇ ਲਾਈਕ ਮੁਹਿੰਮ ਦੇ ਖਿਲਾਫ ਹੀ ਡਿਸਲਾਈਕ ਮੁਹਿੰਮ ਛੇੜ ਦਿੱਤੀ। ਜਿੰਨੇ ਵੀ ਇਹਨਾਂ ਨੇ ਪੋਸਟਾਂ ਪਾਈਆਂ ਉਹਦੇ ਵਿੱਚ ਡਿਸਲਾਈਕ ਵੱਧ ਗਿਆ, ਲਾਈਕ ਘਟ ਗਏ। ਹੁਣ ਤਾਂ ਇਹ ਵੀ ਪਤਾ ਲੱਗਿਆ ਕਿ ਅੱਜ ਇੱਕ ਹੋਰ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਲਾਈਕ ਦਾ ਆਪਸ਼ਨ ਵੀ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਸੁਖਵਿੰਦਰ ਸਿੰਘ ਚਾਹਲ ਸਾਹਿਬ ਮੌਜੂਦ ਨੇ, ਕਨਵੀਨਰ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ। ਚਾਹਲ ਸਾਹਿਬ, ਮੈਨੂੰ ਨਹੀਂ ਲੱਗਦਾ ਕਿ ਚਲੋ ਪ੍ਰਾਈਵੇਟ ਵਾਲਿਆਂ ਦਾ ਤਾਂ ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦੀ ਨਾਰਾਜ਼ਗੀ ਹੋਏਗੀ ਸਰਕਾਰ ਦੇ ਪ੍ਰਤੀ, ਸਰਕਾਰੀ ਸਕੂਲਾਂ ਦੇ ਪ੍ਰਤੀ, ਪਰ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ। ਜੇ ਨੰਬਰ 1 ਤੇ ਆਏ ਹੋ ਤਾਂ ਪਿੱਠ ਤਾਂ ਤੁਹਾਡੀ ਵੀ ਥਪਥਪਾਉਂਦੀ ਹੈ ਨਾ ਕਿ ਤੁਹਾਡੇ ਵਰਗੇ ਅਧਿਆਪਕ ਜਾਂ ਸਰਕਾਰੀ ਅਧਿਆਪਕ ਨੇ ਜਿਹੜੇ ਉਹਨਾਂ ਕਰਕੇ ਨੰਬਰ 1 ਤੇ ਆਇਆ ਪੰਜਾਬ। ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ? ਦੇਖੋ ਹਰਪ੍ਰੀਤ ਜੀ, ਸਾਨੂੰ ਇਸ ਗੱਲ ਦੇ ਉੱਤੇ ਮਤਲਬ ਕਿ ਪੰਜਾਬ ਦਾ ਇਸ ਸਰਵੇ ਦੇ ਵਿੱਚ ਇੱਕ ਨੰਬਰ ਤੇ ਆਉਣਾ ਇਹ ਇੱਕ ਵੱਖਰਾ ਇਸ਼ੂ ਆ। ਸਾਡਾ ਜਿਹੜਾ ਸਾਂਝੇ ਅਧਿਆਪਕ ਮੋਰਚੇ ਪੰਜਾਬ ਦੇ ਵੱਲੋਂ ਸਾਡਾ ਮੰਨਣਾ ਇਹ ਆ ਕਿ ਜਿਹੜੀ ਅੰਕੜਿਆਂ ਦੀ ਗੇਮ ਪੰਜਾਬ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪਿਛਲੇ 3 ਸਾਲਾਂ ਤੋਂ ਤਕਰੀਬਨ ਚੱਲ ਰਹੀ ਆ, ਉਸ ਹਿਸਾਬ ਦੇ ਨਾਲ ਅਸੀਂ ਇਹ ਮਹਿਸੂਸ ਕਰਦੇ ਆ ਕਿ ਸਾਰਾ ਕੁਝ ਕੁਆਲਿਟੀ ਐਜੂਕੇਸ਼ਨ ਸਭ ਤੋਂ ਬੇਸਿਕ ਆ। ਐਜੂਕੇਸ਼ਨ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਤਾਂ ਵਧੀਆ ਹੋ ਸਕਦੀ ਆ ਜੇ ਪੂਰੀਆਂ ਪੋਸਟਾਂ ਭਰੀਆਂ ਹੋਣਗੀਆਂ, ਜੇ ਪੂਰੇ ਅਧਿਆਪਕ ਹੋਣਗੇ। ਜੇ ਸਕੂਲ ਦੇ ਵਿੱਚ 7 ਕਲਾਸਾਂ ਨੂੰ, ਇੱਥੇ ਖੁੱਲਰ ਸਾਹਿਬ ਨੇ ਗੱਲ ਕੀਤੀ ਸੀਗੀ ਕਿ ਪ੍ਰਾਇਮਰੀ ਦੇ ਵਿੱਚ ਅਸੀਂ ਪ੍ਰੀ ਪ੍ਰਾਇਮਰੀ ਸਟਰਕਚਰ ਆ ਜਿਹੜਾ ਪਿਛਲੇ 3 ਸਾਲਾਂ ਤੋਂ ਚਲਾਇਆ ਹੈ, ਅਸੀਂ ਸਵਾਗਤ ਕਰਦੇ ਹਾਂ, ਵਧੀਆ ਹੈ ਵੀ ਪ੍ਰੀ ਪ੍ਰਾਇਮਰੀ ਪ੍ਰੋਜੈਕਟ ਚਲਾਇਆ। ਪਰੰਤੂ ਖੁੱਲਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਹੁਣ ਤੱਕ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੇ ਪੰਜਾਬ 'ਚ ਇੱਕ ਵੀ ਅਧਿਆਪਕ ਭਰਤੀ ਨਹੀਂ ਕੀਤਾ ਗਿਆ। ਉਹ ਸਾਨੂੰ ਇਹ ਕਹਿ ਰਹੇ ਸੀਗੇ ਕਿ ਅਧਿਆਪਕ ਜਿਹੜੇ ਹੈਗੇ ਆ ਉਹ ਨਜਾਇਜ਼ ਮੰਗਾਂ ਮਨਵਾਉਣ ਵਾਸਤੇ ਆਪਣਾ ਦਬਾਅ ਪਾ ਰਹੇ ਆ, ਕੁਝ ਜਥੇਬੰਦੀਆਂ ਵਿਰੋਧ ਕਰ ਰਹੀਆਂ। ਇਹ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਅਧਿਆਪਕਾਂ ਨੂੰ
4-4 ਹਜ਼ਾਰ ਤੇ 5-5 ਹਜ਼ਾਰ ਤੇ ਸਰਕਾਰੀ ਸਕੂਲਾਂ ਦੇ ਵਿੱਚ 15-15 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ। ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦਾ ਸੀ ਕਿ ਅਸੀਂ ਚੋਣ 'ਚ ਆਉਂਦੀ ਸਾਰ ਹੀ ਜਿੰਨੇ ਕੱਚੇ ਅਧਿਆਪਕ ਉਹਨਾਂ ਨੂੰ ਪੱਕਿਆਂ ਕਰਾਂਗੇ, ਔਰ ਕਾਂਗਰਸ ਪਾਰਟੀ ਦਾ ਵਾਅਦਾ ਸੀਗਾ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਨੂੰ ਇੰਪਰੂਵ ਕਰਾਂਗੇ। ਪਰੰਤੂ ਵਾਪਰਿਆ ਤਾਂ ਇਹ ਆ ਕਿ ਸਾਡੀਆਂ, ਜੇ ਤਾਂ ਖੁੱਲਰ ਸਾਹਿਬ ਇਹ ਕਹਿੰਦੇ ਆ ਕਿ ਅਧਿਆਪਕਾਂ ਦਾ 5000 ਰੁਪਏ ਤਨਖਾਹ ਤੇ ਜਾਂ 10000 ਰੁਪਏ ਤੇ ਸ਼ੋਸ਼ਣ ਨਹੀਂ ਹੈਗਾ, ਫਿਰ ਤਾਂ ਸਾਡੀ ਮੰਗ ਨਜਾਇਜ਼ ਹੋ ਸਕਦੀ ਆ। ਜਾਂ ਉਹਨਾਂ ਦੇ ਚੋਣ ਮਨੋਰਥ ਪੱਤਰ ਦੇ ਵਿੱਚ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਦੀ ਗੱਲ ਨਹੀਂ ਸੀ, ਜਾਂ ਉਹਨਾਂ ਦੇ ਚੋਣ ਮਨੋਰਥ ਪੱਤਰ ਦੇ ਵਿੱਚ ਸਕੀਮਾਂ ਦੇ ਰਾਹੀਂ ਭਰਤੀ ਕੀਤੇ ਅਧਿਆਪਕਾਂ ਦੀ 75% ਤਨਖਾਹ ਕੱਟਣ ਦਾ ਕਿਤੇ ਚਰਚਾ ਸੀਗਾ। ਜੇ ਅਸੀਂ ਇਹ ਸਾਰੀਆਂ ਚੀਜ਼ਾਂ ਕਿ ਅਧਿਆਪਕ, ਸਭ ਤੋਂ ਪਹਿਲਾਂ ਬੱਚਾ ਤੇ ਅਧਿਆਪਕ ਆ ਸਕੂਲ ਦੇ ਵਿੱਚ, ਜੇ ਅਧਿਆਪਕ ਤੇ ਬੱਚਾ ਸੈਟੀਸਫਾਈਡ ਆ, ਫਿਰ ਬਾਕੀ ਇਨਫਰਾਸਟ੍ਰਕਚਰ ਆ ਜਿਹੜਾ ਉਹ ਸਾਰਾ ਬਾਅਦ ਚ ਡਿਵੈਲਪ ਹੁੰਦਾ ਹੈ। ਅਸੀਂ ਇਸ ਗੱਲ ਦੇ ਨਾਲ, ਸਾਡੇ ਅਧਿਆਪਕਾਂ ਨੇ ਆਪਣੇ ਕੋਲੋਂ ਬਹੁਤ ਮਿਹਨਤ ਕਰਕੇ ਜੋ ਕੁਝ ਵੀ ਕੀਤਾ, ਕਰਨ ਦਾ ਯਤਨ ਕੀਤਾ ਹੈ, ਪਰ ਇਹਦੇ ਪਿੱਛੇ ਸਾਨੂੰ ਸਰਕਾਰ ਦੇ ਨਾਲ, ਵਿਭਾਗ ਨਾਲ ਦੁੱਖ ਆ, ਜਿਹੜਾ ਅਫਸੋਸ ਆ ਉਹ ਇਸ ਗੱਲ ਦਾ ਹੈ ਕਿ ਸਾਡੇ ਉੱਤੇ ਟਾਰਗੇਟ ਮੜੇ ਗਏ ਆ। ਸਾਨੂੰ ਇਹ ਕਿਹਾ ਗਿਆ ਹੈ, ਔਰ ਹਰ ਸਮੇਂ ਹਰ ਮੀਟਿੰਗਾਂ 'ਚ, ਜਿਵੇਂ ਹੁਣ ਤੁਸੀਂ ਲਾਈਕ ਤੇ ਡਿਸਲਾਈਕ ਦੇ ਵਿੱਚ ਤੁਹਾਡੇ ਸਾਹਮਣੇ ਸਾਰਾ ਪਟਾਰਾ ਨਿਕਲ ਕੇ ਵਿਭਾਗ ਦਾ ਸਾਹਮਣੇ ਆ ਗਿਆ। ਇਸੇ ਤਰ੍ਹਾਂ ਇਹ ਲਗਾਤਾਰ ਵਾਪਰ ਰਿਹਾ ਹੈ ਕਿ ਤੁਸੀਂ ਇੰਨੇ % ਦਾਖਲਾ ਜਿਹੜਾ ਵਧਾਉਣਾ ਹੈ, ਨਹੀਂ ਤਾਂ ਫਿਰ ਆਪਣਾ ਪੜ੍ਹਿਆ ਵਿਚਾਰ ਲਿਓ। ਜੇ ਤੁਸੀਂ ਮਤਲਬ ਸਮਾਰਟ ਸਕੂਲਾਂ ਨੂੰ ਰੰਗ ਕਿਸੇ ਕੋਲੋਂ ਜਿਵੇਂ ਮਰਜ਼ੀ ਜੋ ਮਰਜ਼ੀ ਹੀਲਾ ਵਸੀਲਾ ਜਗਾਓ, ਜੇ ਨਹੀਂ ਕਰਾਓਗੇ ਤਾਂ ਫਿਰ ਤੁਸੀਂ ਆਪਣਾ ਪੜ੍ਹਿਆ ਵਿਚਾਰ ਲਿਓ। ਜੇ ਤੁਸੀਂ ਮਤਲਬ ਸਕੂਲ ਦੇ ਵਿੱਚ ਕੋਈ ਵੀ ਐਕਟੀਵਿਟੀ ਕਰਾਉਣੀ ਆ, ਸਕੂਲ ਹੁਣ ਨਵਾਂ ਹੀ ਕਰ ਰਿਹਾ ਕਿ ਗਰਾਊਂਡ ਆ ਜਿਹੜੇ ਉਹਨਾਂ ਨੂੰ ਸਮਾਰਟ ਗਰਾਊਂਡ ਬਣਾਉਣਾ ਹੈ। ਇਹਦੇ ਲਈ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਯਤਨ ਕਰੋ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਦਾ ਤਾਂ ਵਾਅਦਾ ਇਹ ਸੀਗਾ ਕਿ ਅਸੀਂ 6% ਜਿਹੜੀ GDP ਆ ਉਹ ਸਿੱਖਿਆ ਦੇ ਉੱਤੇ ਖਰਚ ਕਰਾਂਗੇ। ਕੀ ਪਿਛਲੇ 4-4.5 ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ GDP ਦਾ 6% ਆ ਜਿਹੜਾ ਉਹ ਸਿੱਖਿਆ ਦੇ ਉੱਤੇ ਖਰਚ ਕੀਤਾ? ਇਸ ਕਰਕੇ ਸਾਨੂੰ ਅਸਲੀਅਤ ਦੇ ਵਿੱਚ ਇਹ ਦੁੱਖ ਆ ਕਿ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਜੇ ਅਧਿਆਪਕਾਂ ਨੇ ਇਹਨਾਂ ਚੀਜ਼ਾਂ ਨੂੰ ਜਾਂ ਲੋਕਾਂ ਨੇ ਡਿਸਲਾਈਕ ਕੀਤਾ ਤਾਂ ਸਰਕਾਰ ਇਹ ਗੱਲ ਮਹਿਸੂਸ ਕਰਦੀ ਕਿ ਅਧਿਆਪਕ ਸਭ ਤੋਂ ਤੰਗ ਕਿਉਂ ਆ ਜਾਂ ਲੋਕ ਤੰਗ ਕਿਉਂ ਆ, ਉਹਨਾਂ ਦੀ ਗੱਲ ਸੁਣਦੀ। ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਜ਼ਬਰਦਸਤੀ ਲਾਈਵ ਕਰਨ ਵਾਸਤੇ ਮਜਬੂਰ ਕਰਨਾ, ਇਹ ਲੋਕਤੰਤਰ ਦਾ ਗਲਾ ਫਿਰ ਤਾਂ ਕੋਈ ਜ਼ਰੂਰਤ ਹੀ ਨਾ ਪਵੇ। ਜੇ ਅਸਲੀਅਤ ਦੇ ਵਿੱਚ ਉਹ ਚੀਜ਼ਾਂ ਹੋਈਆਂ ਹੋਣ ਤਾਂ ਲਾਈਕ ਕਹਿਣ ਦੀ ਜ਼ਬਰਦਸਤੀ, ਕਮੈਂਟ ਕਹਿਣ ਦੀ ਜ਼ਬਰਦਸਤੀ ਜਾਂ ਸ਼ੇਅਰ ਕਰਨ ਦੀ ਜ਼ਰੂਰਤ ਹੀ ਨਾ ਪਵੇ। ਜੇ ਬਿਲਕੁਲ ਇਹ ਵਿਚਾਰ ਤਕਰਾਰ ਚੱਲਦੀ ਰਹੇਗੀ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਵਕਤ ਹੋ ਗਿਆ। ਬ੍ਰੇਕ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਲਈ ਇੱਕ ਜਾਣਕਾਰੀ ਹੈ, ਜਿਵੇਂ ਇਹ ਮਹਾਮਾਰੀ ਫੈਲ ਰਹੀ ਹੈ, ਇਸ ਮਹਾਮਾਰੀ ਦੇ ਵਿੱਚ ਸਾਨੂੰ ਸਟਰੋਂਗ ਇਮਿਊਨਿਟੀ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਹੀ ਸਾਡੇ ਘਰ ਨੂੰ ਵੀ ਸਟਰੋਂਗ ਸੁਰੱਖਿਆ ਦੀ ਜ਼ਰੂਰਤ ਹੈ। ਤੇ ਸਾਡੇ ਘਰ ਨੂੰ ਸਟਰੋਂਗ ਸੁਰੱਖਿਆ ਦਿੰਦਾ ਹੈ KEI ਵਾਇਰਸ ਐਂਡ ਕੇਬਲਸ। 15 ਟੈਸਟ ਅਪਰੂਵ ਤੁਹਾਡੇ ਘਰ ਨੂੰ ਰੱਖੇ ਪੂਰੀ ਤਰ੍ਹਾਂ ਸੁਰੱਖਿਅਤ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਮੈਂ ਸੰਗੇੜਾ ਸਾਹਿਬ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ ਕਿ ਹੁਣ ਪੂਰੇ ਇਸ ਪ੍ਰਕਿਰਿਆ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਹਾਡੇ ਜਿਹੜੇ ਦਾਅਵੇ ਸੀਗੇ ਉਹਨਾਂ ਦਾਅਵਿਆਂ ਨੂੰ ਤੁਸੀਂ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੈਸ਼ ਕਰ ਪਾਓਗੇ ਕਿ ਨਹੀਂ ਕਰ ਪਾਓਗੇ? ਕਿ ਦੇਖੋ ਜੀ ਐਜੂਕੇਸ਼ਨ 'ਚ ਅਸੀਂ ਨੰਬਰ 1 ਆ, ਹੈਲਥ ਦੇ ਵਿੱਚ ਅਸੀਂ ਨੰਬਰ 1 ਆ, ਉਹਦਾ ਟਾਕਰਾ ਕਰਨ ਦੇ ਲਈ, ਜਿਵੇਂ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਲਈ ਹੁਣ ਘੱਟੋ ਘੱਟ ਇਹਨਾਂ ਦੇ ਕੋਲ ਇੱਕ ਮਸੌਦਾ ਤਾਂ ਹੈਗਾ ਨਾ ਕਿ ਆਹ ਇੰਡੈਕਸ ਹੈ ਜੀ, ਇੰਡੈਕਸ ਦੇ ਵਿੱਚ ਅਸੀਂ ਨੰਬਰ 1 ਤੇ ਆ, ਆਮ ਆਦਮੀ ਪਾਰਟੀ ਨਹੀਂ ਹੈ। ਹਰਪ੍ਰੀਤ ਜੀ, ਇਹਨਾਂ ਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਵੜਨ ਦੇਣਾ, ਕਿਉਂਕਿ ਗਰਾਊਂਡ ਰਿਐਲਿਟੀ ਹੈ ਨਾ। ਅੱਜ ਦਾ ਅਧਿਆਪਕ ਆਗੂ ਵੀ ਦੱਸ ਰਹੇ ਆ, ਹਾਂਜੀ, ਟੀਚਰਾਂ ਨੂੰ ਬਰਾੜ ਸਾਹਿਬ ਨੇ ਵੀ ਦੱਸੀ ਇਹ ਗੱਲ, ਟੀਚਰਾਂ ਨੂੰ ਤਾਂ ਇਹ ਸੜਕਾਂ ਤੇ ਘੇਰ ਕੇ ਕੁੱਟ ਰਹੇ ਆ। ਇੱਕ ਅਧਿਆਪਕ ਜਿਹਨੂੰ 10,000 ਤਨਖਾਹ ਮਿਲਦੀ ਹੈ, ਇਦਾਂ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਸੀ ਅਸੀਂ ਫੁੱਲ ਤਨਖਾਹ ਕਰ ਦਾਂਗੇ, ਨਾਲੇ ਪੱਕੇ ਕਰ ਦਾਂਗੇ। ਕਿਸੇ ਨੇ ਸਕੂਟਰ ਲੈ ਲਿਆ, ਕਿਸੇ ਨੇ ਵਿਆਹ ਕਰਾ ਲਿਆ, ਕਿਸੇ ਨੇ ਮੋਟਰਸਾਈਕਲ ਲੈ ਲਿਆ, ਕਿਸੇ ਨੇ ਛੋਟੀ ਕਾਰ ਲੈ ਲਈ। ਉਹਨਾਂ ਦੀਆਂ ਤਾਂ ਕਿਸ਼ਤਾਂ ਟੁੱਟ ਰਹੀਆਂ, ਬੱਚਿਆਂ ਦੀ ਪੜ੍ਹਾਈ ਲਈ ਖਰਚਾ ਨਹੀਂ ਜੁੜਦਾ। ਇਹਨਾਂ ਨੇ ਤਾਂ ਲੋਕਾਂ ਨੂੰ ਰੋਲ ਦਿੱਤਾ, ਅਧਿਆਪਕਾਂ ਨੂੰ ਤਾਂ। ਉਹ ਵੀ ਵੱਡਾ ਫੈਕਟਰ ਹੈ। ਅੱਛਾ, ਦੂਸਰੀ ਗੱਲ ਇਹ, ਖੁੱਲਰ ਸਾਹਿਬ ਉੱਲਰ ਕੇ ਮੈਨੂੰ ਵੀ ਪੈ ਰਹੇ ਸੀ ਤੇ ਨਾਲੇ ਆਮ ਆਦਮੀ ਪਾਰਟੀ ਨੂੰ। ਮੈਂ ਇੰਨਾ ਡੇਟਾ ਦਿੱਤਾ ਹਰਪ੍ਰੀਤ ਜੀ, ਇੱਕ ਵੀ ਡੇਟਾ ਉਹਨਾਂ ਨੇ ਆਪਣੇ ਡੇਟੇ ਨਾਲ ਨਹੀਂ ਉਹਦਾ ਜਵਾਬ ਦਿੱਤਾ ਖੁੱਲਰ ਸਾਹਿਬ ਨੇ। ਕੋਈ ਗੱਲ ਨਹੀਂ, ਪਰ ਮੈਂ ਚੈਲੰਜ ਕਰਦਾ ਪ੍ਰਿੰਸ ਖੁੱਲਰ ਜੀ, ਤੁਸੀਂ 10 ਸਕੂਲ ਆਪਣੇ ਬੈਸਟ ਦੇ ਦਿਓ ਪੰਜਾਬ ਦੇ। ਮੈਨੂੰ ਗੱਲ ਕਰ ਲੈਣ ਦਿਓ ਹੁਣ, ਮੈਂ ਨਹੀਂ ਸੀ ਤੁਹਾਡੇ ਵਿੱਚ ਚਲੋ ਗਰਾਊਂਡ ਰਿਐਲਿਟੀ ਤੇ ਆਪਾਂ ਚੱਲਦੇ ਆ, ਤੁਹਾਡੇ ਨਾਲ ਚੱਲਦਾ ਮੈਂ ਬਲਾਕ ਲੈਵਲ ਤੇ। ਮੈਂ ਉਹੀ ਕਹਿਣ ਲੱਗਾ, 10 ਬੈਸਟ ਸਕੂਲ ਤੁਸੀਂ ਪੰਜਾਬ ਦੇ ਦਿਓ, ਦਿੱਲੀ ਦੇ 10 ਜਿਹੜੇ ਮਰਜ਼ੀ ਤੁਸੀਂ ਚੁਣ ਲਓ, ਵੀ ਤੁਹਾਡੀ ਆਪਸ਼ਨ।
ਮੀਡੀਆ ਕਰਮੀ ਨਾਲ ਲੈ ਲਓ, ਆ ਗਿਣ ਲਓ ਸਾਰੀਆਂ ਚੀਜ਼ਾਂ। ਜੇ ਤੁਹਾਡਾ ਜਲੂਸ ਨਾ ਨਿਕਲ ਗਿਆ ਤਾਂ ਮੈਨੂੰ ਕਹਿ ਦਿਓ। ਹਰਪ੍ਰੀਤ ਜੀ, ਇੱਕ ਪਾਸੇ ਕਿਸਾਨ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਆ ਨਾ, ਉਹਨਾਂ ਨਾਲ ਮੀਟਿੰਗ ਚੱਲ ਰਹੀ ਸੀ, ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਣੀ ਅਮਿਤ ਸ਼ਾਹ ਹੁਣਾਂ ਨੂੰ ਮਿਲ ਕੇ ਆਏ। ਖੁੱਲਰ ਜੀ ਇੱਕ ਮਿੰਟ, ਇੱਕ ਪਾਸੇ ਮੀਟਿੰਗ ਚੱਲ ਰਹੀ ਸੀ, ਕਿਸਾਨ ਆਪਣੇ ਹੱਕਾਂ ਲਈ ਜੂਝ ਰਹੇ ਸੀਗੇ ਕਿ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ, ਸਾਡੇ ਸਰ ਕਾਲੇ ਕਾਨੂੰਨਾਂ ਨਾਲ ਨਾ ਸਾਨੂੰ ਤੰਗ ਕਰੋ। ਦੂਸਰੇ ਪਾਸੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਕੈਪਟਨ ਅਮਰਿੰਦਰ ਸਿੰਘ, ਉੱਥੇ ਥੋੜੀਆਂ ਬਹੁਤ ਗੱਲਾਂ ਕਰਨ ਤੋਂ ਬਾਅਦ ਆਉਂਦਿਆਂ ਹੀ ਬਿਆਨ ਦਿੱਤਾ ਕਿ ਕਿਸਾਨ ਜਿਹੜਾ ਛੇਤੀ ਨਿਬੇੜਨ ਇਹਨੂੰ, ਬਾਰਡਰ ਤੇ ਖਤਰਾ ਆ ਫੋਰਨ ਫੋਰਸਿਸ ਤੋਂ, ਕੁਛ ਇਦਾਂ ਦੇ ਬਿਆਨ ਦੇਣੇ ਸ਼ੁਰੂ ਕਰਤੇ। ਕਿਹਨੂੰ ਨਹੀਂ ਪਤਾ ਹੈਗਾ। ਫਿਰ ਇਹ ਜਿਹੜੇ ਕਾਨੂੰਨ ਵੀ ਪਾਸ ਹੋਏ ਆ ਉਹਦੇ ਵਿੱਚ ਇਹਨਾਂ ਦੀ ਸਹੀ ਆ, ਮੇਰੇ ਕੋਲ ਡਾਕੂਮੈਂਟਸ ਹੈਗੇ ਇਹਦੇ। ਇਹਨਾਂ ਨੇ ਮੀਟਿੰਗਸ ਵਿੱਚ ਪਹਿਲਾਂ ਤਾਂ ਇਹਨਾਂ ਦਾ ਨਾਂ ਹੀ ਨਹੀਂ ਸ਼ਾਮਲ, ਬਾਅਦ 'ਚ ਮੁੱਖ ਮੰਤਰੀ ਪੰਜਾਬ ਦਾ ਨਾਂ ਸ਼ਾਮਲ ਹੋਇਆ, ਇੱਕ ਵੀ ਇਹਨਾਂ ਨੇ ਵਿਰੋਧ ਨਹੀਂ ਦਰਜ ਕਰਾਇਆ। ਇਹ ਤੁਸੀਂ ਇਹ ਨੀਤੀ ਆਯੋਗ ਦੀ ਲੱਗਦਾ ਕਿ ਕਿਸਾਨੀ ਕਾਨੂੰਨਾਂ ਦਾ ਫਲ ਦਿੱਤਾ ਇਹਨਾਂ ਨੂੰ? ਨਹੀਂ, ਪਹਿਲਾਂ ਦੀ ਨਾਲ ਨੇ ਜੀ, ਜਿੱਥੇ ਇਹਨਾਂ ਦੀ ਲੋੜ ਪੈਂਦੀ ਹੈ, ਜਿੱਥੇ ਲੋੜ ਪੈਂਦੀ ਆ ਉੱਥੇ ਇਹਨਾਂ ਨੂੰ ਵਰਤ ਲੈਂਦੇ ਨੇ। ਕੁਝ ਮਜਬੂਰ ਵੀ ਕਰ ਦਿੰਦੇ ਨੇ, ਕੁਝ ਇਹਨਾਂ ਦੇ ਇਨਕੁਆਇਰੀਜ਼ ਹੈਗੀਆਂ, ਈਡੀ ਕੋਲ ਵੀ ਹੈਗੀਆਂ, ਕੁਝ ਹੋਰ ਵੀ ਹੈਗਾ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸੀਂ ਕਿਹਾ ਵੀ ਈਡੀ ਦੀਆਂ ਇਨਕੁਆਇਰੀਆਂ ਤੋਂ ਡਰਦੇ ਸਾਥ ਦੇ ਰਹੇ ਉਹਨਾਂ ਦਾ, ਉਦੋਂ ਇਹ ਭੜਕ ਕੇ ਪਏ, ਕੇਜਰੀਵਾਲ ਸਾਹਿਬ ਨੂੰ ਗਾਲਾਂ ਕੱਢਣ ਲੱਗ ਗਏ ਕਿ ਜਦੋਂ ਮਰਜ਼ੀ ਬੋਲ ਦਿੰਦੇ, ਮੈਂ ਤਾਂ ਇੰਨੇ ਸਾਲ ਈਡੀ ਦਾ ਕੇਸ 12 ਸਾਲ 'ਚ ਮੇਰਾ ਕੀ ਹੋ ਗਿਆ, ਮੈਂ ਤਾਂ ਇਹ 15 ਸਾਲ ਹੋਰ ਇਦਾਂ ਨਿਭਾ ਦੇਣੇ ਆ। ਇਹਦਾ ਮਤਲਬ ਕੁਝ ਹੈਗਾ ਤਾਂ ਹੈ, ਉਦਾਂ ਹੀ ਨਿਭਾ ਦੇਣੇ, ਮੀਨਸ ਮੈਨੂਪੂਲੇਟ ਕੀਤੇ ਜਾ ਰਹੇ ਆ। ਸੋ ਇਹ ਪੰਜਾਬ ਨਾਲ ਇਹਨਾਂ ਦਾ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀਂ, ਗਰਾਊਂਡ ਲੈਵਲ ਤੇ ਰਿਐਲਿਟੀ ਲੋਕਾਂ ਨੂੰ ਪਤਾ ਆ। ਬਾਕੀ ਮੀਡੀਆ ਬੜਾ ਸਟਰੋਂਗ ਹੈ ਇਸ ਵੇਲੇ, ਮੀਡੀਆ ਜਿਹੜਾ ਐਕਸਪੋਜ਼ ਕਰ ਰਿਹਾ ਇਹਨਾਂ ਨੂੰ, ਇਹਨਾਂ ਦੀ ਸਾਰੀ ਗੱਲ ਸਾਰੀਆਂ ਚੀਜ਼ਾਂ ਸਾਹਮਣੇ ਆ ਹੀ ਰਹੀਆਂ, ਇਹਨਾਂ ਦੀ ਖਿੱਲੀ ਉੱਡ ਰਹੀ ਹੈ ਇਸ ਸਰਵੇ ਦੀ, ਇਹਦਾ ਇਹਨਾਂ ਨੂੰ ਉਲਟਾ ਨੁਕਸਾਨ ਹੋਏਗਾ। ਖੁੱਲਰ ਸਾਹਿਬ ਗੱਲ ਜਿਹੜੀ ਅਧਿਆਪਕ, ਜਿਹੜੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਨੇ, ਉਹ ਵੀ ਬੈਠੇ ਨੇ, ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋ ਤਾਂ ਘੱਟੋ ਘੱਟ ਅਸੀਂ ਇਹ ਤਾਂ ਵੇਖਦੇ ਹਾਂ ਨਾ ਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਇਸ ਪੂਰੇ ਸਰਵੇ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਦਾ 30% ਰੱਖਿਆ ਗਿਆ, ਉਹਦੇ ਵਿੱਚ ਵੀ ਬੜੀਆਂ ਸਾਰੇ ਮਾਨਕ ਹੋਰ ਸੀਗੇ ਕਿ ਅਸੀਂ ਸਿਰਫ ਇਹਨੂੰ ਦੇਖ ਕੇ ਹੀ ਖੁਸ਼ ਹੁੰਦੇ ਰਹਾਂਗੇ ਜਾਂ ਗਰਾਊਂਡ ਤੇ ਆਪਾਂ ਕੋਈ ਕੰਮ ਵੀ ਕਰਾਂਗੇ। ਅਧਿਆਪਕ ਤੁਹਾਡੇ ਸਾਹਮਣੇ ਬੈਠੇ ਨੇ ਜਿਹੜੇ ਕਹਿ ਰਹੇ ਨੇ ਕਿ ਅਧਿਆਪਕ ਹੀ ਨਹੀਂ ਹੈਗੇ ਆ। ਤੁਸੀਂ ਪ੍ਰੀ ਪ੍ਰਾਇਮਰੀ ਦੀ ਗੱਲ ਕੀਤੀ ਹੈ, ਸ਼ੁਰੂ ਕੀਤੀ ਹੈ, ਚੰਗੀ ਗੱਲ ਹੈ, ਇੱਕ ਵੀ ਅਧਿਆਪਕ ਨਹੀਂ ਭਰਿਆ, ਉਹਨਾਂ ਅਧਿਆਪਕਾਂ ਤੋਂ ਹੀ ਅਸੀਂ ਕੰਮ ਲੈ ਰਹੇ ਹਾਂ। ਗੱਲ ਇਹ ਆ ਹਰਪ੍ਰੀਤ ਜੀ, ਜਿਹੜੀ ਚਾਹਲ ਸਾਹਿਬ ਨੇ ਗੱਲ ਕੀਤੀ, ਦੇਖੋ ਪਹਿਲਾਂ ਤਾਂ ਮੈਂ ਦੱਸਾਂ ਜੀ, ਜਿਹੜੀ ਆਪਾਂ ਕਹਿ ਰਹੇ ਹਾਂ ਕਿ ਕੁਆਲਿਟੀ ਐਜੂਕੇਸ਼ਨ ਦਾ ਕੋਈ ਨਹੀਂ ਹੈ, ਜਿਹੜਾ 올ਡ ਡਾਟਾ ਹੁੰਦਾ ਵਾ ਉਹਦੇ ਤਹਿਤ ਸਾਰੀ ਅਸੈਸਮੈਂਟ ਹੁੰਦੀ ਆ। ਜਿਹੜੀ ਪ੍ਰਕਿਰਿਆ ਐਜੂਕੇਸ਼ਨ ਡਿਪਾਰਟਮੈਂਟ ਦੀ ਚੱਲ ਰਹੀ ਆ, ਅਸੀਂ PPSC ਦੇ ਥਰੂ ਰਿਟਨ ਟੈਸਟ ਨਾਲ ਸਾਰੀ ਭਰਤੀ ਕੀਤੀ, ਰੈਗੂਲਰਾਈਜ਼ ਵੀ ਕੀਤੇ ਬੰਦੇ, ਹੋਰ ਭਰਤੀ ਚੱਲ ਰਹੀ ਆ, ਸਾਰਾ ਪ੍ਰੋਸੈਸ ਔਨ ਰੋਲ ਹੈਗਾ। ਉਹ ਆਨਲਾਈਨ ਐਜੂਕੇਸ਼ਨ ਚੱਲ ਰਹੀ ਆ, ਸਕੂਲ ਬੰਦ ਨੇ, ਬੱਚਿਆਂ ਨੂੰ ਦਿੱਤੀ ਜਾ ਰਹੀ ਆ। ਪੰਜਾਬ ਐਡੂਕੇਅਰ ਜਿਹੜਾ ਪੋਰਟਲ ਬਣਿਆ ਸਾਰਾ। ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਜੀ, ਜਿਹੜੀ ਇਹਨਾਂ ਗੱਲ ਕੀਤੀ ਕਿ ਲਾਈਕ ਡਿਸਲਾਈਕਸ ਦੀ ਤੁਸੀਂ ਗੱਲ ਕੀਤੀ, ਉਹਦੇ 'ਚ ਜਿਹੜਾ ਹੈਗਾ ਵਾ ਜੀ, ਉਹਦੇ 'ਚ ਕੋਈ ਪੋਲੀਟੀਕਲ ਨਹੀਂ ਹੈਗਾ। ਉਹ ਜਿਹੜਾ ਆਨਲਾਈਨ ਐਜੂਕੇਸ਼ਨ ਆ, ਜਦੋਂ ਆਪਾਂ ਕੋਈ ਟੀਚਰ ਸ਼ੇਅਰ ਕਰਦਾ ਵਾ ਆਪਣੇ ਫੇਸਬੁੱਕ ਤੇ, ਲਾਈਕ ਕਰਦਾ, ਉਹ ਦੂਜਿਆਂ ਤੱਕ ਵੀ ਮੈਸੇਜ ਜਾਂਦਾ, ਤੇ ਉਹ ਇੱਕ ਹੈਲਦੀ ਚੈਲੰਜ ਹੁੰਦਾ ਵਾ ਬੱਚਿਆਂ ਲਈ ਤੇ ਉਹ ਟੀਚਰਸ ਲਈ। ਇਹਦੇ 'ਚ ਕੋਈ ਪੋਲੀਟੀਕਲ ਇਹਨੂੰ ਤੁਸੀਂ ਰੰਗ ਦੇ ਰਹੇ ਹੋ, ਇਹਦੇ 'ਚ ਕੋਈ ਆਰਡਰ 'ਚ ਕੋਈ ਪੋਲੀਟੀਕਲ ਇਹੋ ਜਿਹਾ ਮਸਲਾ ਨਹੀਂ। ਦੂਜੀ ਗੱਲ ਜਿਹੜੀ ਜਿਹੜਾ ਸਾਹਿਬ ਗੱਲ ਕਰ ਰਹੇ ਨੇ, ਇੰਨੀ ਬੇਇਤਬਾਰੀ ਹੈ। ਇੱਕ ਮਿੰਟ ਸੁਣ ਲਓ, ਅਧਿਆਪਕਾਂ ਨੂੰ ਆਪਣੇ ਡਿਪਾਰਟਮੈਂਟ ਦੇ ਪ੍ਰਤੀ, ਅਧਿਆਪਕਾਂ ਨੂੰ ਆਪਣੇ ਡਿਪਾਰਟਮੈਂਟ ਦੇ ਪ੍ਰਤੀ ਇੰਨੀ ਬੇਇਤਬਾਰੀ ਹੈ ਕਿ ਡਿਪਾਰਟਮੈਂਟ ਕਹੇਗਾ ਤੇ ਅਸੀਂ ਲਾਈਕ ਕਰਾਂਗੇ, ਡਿਪਾਰਟਮੈਂਟ ਕਹੇਗਾ ਤੇ ਅਸੀਂ ਸ਼ੇਅਰ ਕਰਾਂਗੇ। ਉਲਟਾ ਹੋ ਗਿਆ, ਡਿਸਲਾਈਕ ਕਰ ਦਿੱਤੇ। ਇੰਨੇ ਲਾਈਕ ਨਹੀਂ ਮਿਲੇ ਜਿੰਨੇ ਤੁਹਾਨੂੰ ਡਿਸਲਾਈਕ ਮਿਲ ਗਏ। ਇਹਦਾ ਮਤਲਬ ਕੀ ਹੈ? ਇਹ ਮਾਨਕ ਨਹੀਂ ਹੈ। ਇਹਨੂੰ ਵੀ ਤਾਂ ਇੱਕ ਮਾਨਕ ਮੰਨਾਂਗੇ ਕਿ ਨਹੀਂ ਮੰਨਾਂਗੇ ਕਿ ਤੁਹਾਡਾ ਅਧਿਆਪਕ ਵਰਗ ਹੀ ਤੁਹਾਡੇ ਡਿਪਾਰਟਮੈਂਟ ਦੇ ਨਾਲ ਨਹੀਂ? ਹਰਪ੍ਰੀਤ ਜੀ, ਮੈਂ ਤੁਹਾਨੂੰ ਪਹਿਲਾਂ ਹੀ ਇਹਦਾ ਜਵਾਬ ਦਿੱਤਾ ਸੀ ਕਿ ਜਿਹੜੀਆਂ ਇਹ ਕੁਝ ਜਥੇਬੰਦੀਆਂ ਨੇ, ਪ੍ਰਾਈਵੇਟ ਵਾਲੇ ਡਿਸਲਾਈਕ ਕਰ ਰਹੇ ਆ, ਪ੍ਰੈਪੋਗੰਡਾ ਚਲਾ ਰਹੇ ਆ ਕਿ ਆਪਾਂ ਕਰਾਂਗੇ ਵੋਟਾਂ, ਡਿਸਲਾਈਕ ਲਾਈਕ ਨਾਲ ਨਹੀਂ ਪੈਣੀਆਂ ਜੀ, ਸਾਡੇ ਕੰਮ ਨੂੰ ਵੋਟਾਂ ਦੇਣੀਆਂ ਨੇ ਜਨਤਾ ਨੇ। ਜਿਹੜੀ ਆ ਸੰਘੇੜਾ ਸਾਹਿਬ ਗੱਲ ਕਰਦੇ ਨਾ ਬਾਰ-ਬਾਰ ਖੇਤੀ ਕਾਨੂੰਨਾਂ ਦੀ, ਈਡੀ ਉਡੀ ਦੀ, ਇਹਨਾਂ ਨੂੰ ਇਹ ਅੰਦਰੋਂ ਅੱਛੀ ਤਰ੍ਹਾਂ ਜਾਣਦੇ, ਇਹਨਾਂ ਦਾ ਕੀ ਹਾਲ ਹੈ ਇਸ ਵੇਲੇ, ਗਰਾਊਂਡ ਰਿਐਲਿਟੀਜ਼ ਕੀ ਨੇ, ਦਿੱਲੀ ਕੀ ਹਾਲ ਇਹਨਾਂ ਦਾ ਹੋਇਆ, ਪੰਜਾਬ 'ਚ ਕੀ ਹੋਣ ਵਾਲਾ, ਇਹਨਾਂ ਨੂੰ ਅੱਛੀ ਤਰ੍ਹਾਂ ਪਤਾ ਵਾ। ਇਹ ਜਿਹੜਾ ਕਹਿੰਦੇ ਨਾ ਕਾਂਗਰਸ 'ਚ ਪਿੰਡਾਂ 'ਚ ਨਹੀਂ ਵੜਨ ਦੇਣਾ, ਇਹ ਟਾਈਮ ਆਊਗਾ ਨਾ ਸੰਘੇੜਾ ਸਾਹਿਬ, ਉਦੋਂ ਗੱਲ ਕਰਾਂਗੇ। ਮੈਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਹੋ, ਆਪਾਂ ਅਕਸਰ ਮਿਲਦੇ ਰਹਿਣਾ ਵਾ ਚਰਚਾਵਾਂ 'ਚ, ਅਸੀਂ ਗੱਲ ਕਰਾਂਗੇ। ਦੂਜੀ ਇੱਕ ਬਰਾੜ ਸਾਹਿਬ ਦੀ ਗੱਲ ਦਾ ਵੀ ਮੈਂ ਜਵਾਬ ਦੇ ਦਿਆਂ ਜੀ। ਬਰਾੜ ਸਾਹਿਬ ਬੜੀ ਗੱਲ ਕਰਦੇ ਆ ਕਿ ਜੀ ਇਹਦੇ 'ਚ ਉਹ ਨਹੀਂ ਹੋਇਆ, ਇਹ ਨਹੀਂ ਹੋਇਆ। ਮੈਨੂੰ ਦੱਸੋ ਬਰਾੜ ਸਾਹਿਬ, 10 ਸਾਲ ਤੁਹਾਡੀ ਸਰਕਾਰ ਰਹੀ ਆ, ਤੁਸੀਂ ਤਾਂ ਨਕਲ ਵੀ ਨਹੀਂ ਬੰਦ ਕਰਾ ਸਕੇ। ਤੁਹਾਡੇ ਜਥੇਦਾਰ ਜਾ ਕੇ ਸਕੂਲਾਂ ਦੇ ਬੱਚਿਆਂ ਨੂੰ ਨਕਲ ਮਰਾ ਕੇ ਪਾਸ ਕਰਾਉਂਦੇ ਰਹੇ ਆ। ਅਸੀਂ ਜੇ ਆਨਲਾਈਨ ਟੀਚਰ ਦੀ ਪਾਲਿਸੀ ਬਣਾਈ, ਜਿਹੜੀ ਟ੍ਰਾਂਸਫਰ ਪਾਲਿਸੀ, 21,000 ਟੀਚਰ ਟ੍ਰਾਂਸਫਰ ਆਨਲਾਈਨ ਕੀਤਾ ਹੈ, ਬਾਕੀ ਸਟੇਟਾਂ ਨੇ ਵੀ ਉਹ ਫੋਲੋ ਕੀਤਾ, ਤੁਸੀਂ ਕੀ ਕਰਦੇ ਰਹੇ? ਆਪਾਂ ਗੱਲਾਂ ਕਰ ਰਹੇ ਹਾਂ। ਜਿਹੜੀ ਦਿੱਲੀ ਦੀ ਆਮ ਆਦਮੀ ਪਾਰਟੀ ਰੌਲਾ ਪਾ ਰਹੀ ਆ, ਇਹਨਾਂ ਕੋਲ 1031 ਸੀਨੀਅਰ ਸੈਕੰਡਰੀ ਹਾਈ ਸਕੂਲਸ ਨੇ ਜੀ, ਤੇ ਇਹਨਾਂ ਦੀ ਬੀਜੇਪੀ ਕੋ MCD ਕੋਲ ਹੈਗੇ ਨੇ ਜੀ ਸਕੂਲ, ਜਿਹੜੇ ਤਕਰੀਬਨ
2000 ਦੇ ਕਰੀਬ ਜੀ, ਉਹਦੇ 'ਚ ਵੀ ਇਹ ਮਾਪਦੰਡ ਤੇ ਖਰੇ ਨਹੀਂ ਉਤਰ ਪਾਏ ਕਿਤੇ। ਇਹਨਾਂ ਆਪ ਮੰਨਿਆ ਕਿ 70% ਸਾਡੀ ਜਿਹੜੀ ਲਰਨਿੰਗ ਪੂਅਰ ਹੈ, ਇਹਨਾਂ ਨੇ ਐਫੀਡੇਵਿਟ ਦਿੱਤਾ ਆਮ ਆਦਮੀ ਪਾਰਟੀ ਨੇ। ਸੋ ਇਹ ਗੱਲਾਂ ਜਿੱਥੇ ਕੋਈ ਸ਼ਲਾਘਾ ਕਰਨੀ ਬਣਦੀ ਹੈ ਨਾ ਕਿ ਪੰਜਾਬ ਸਰਕਾਰ ਚੰਗਾ ਕੰਮ ਕਰ ਰਹੀ ਹੈ, ਉੱਥੇ ਕਰਨੀ ਚਾਹੀਦੀ ਹੈ। ਔਰ ਇਹ ਜਿਹੜੀ ਐਸੋਸੀਏਸ਼ਨ ਦੀ ਵੀ ਇਹਨਾਂ ਦਾ ਵੀ ਜਵਾਬ ਲੈ ਲਓ ਧੂਰੀ ਜੀ ਦਾ। ਇਹ ਬੜਾ ਪਹਿਲਾਂ ਤੇ ਕਹਿੰਦੇ ਜੀ ਅਸੀਂ ਸ਼ਲਾਘਾ ਕਰਦੇ ਆ ਇਨਫਰਾ ਦੀ ਵਧੀਆ, ਬਾਅਦ ਚੋਂ ਗੱਲ ਨੂੰ ਘੁਮਾ ਕੇ ਐਨਐਸ ਤੇ ਗੱਲ ਲੈ ਗਏ। ਉਹ ਹਰਪ੍ਰੀਤ ਜੀ 2017 ਚ ਹੋਇਆ ਸੀ, ਉਹਦੇ ਚ ਵੀ ਸਾਨੂੰ 128 ਨੰਬਰ ਮਿਲੇ ਸੀ, ਦਿੱਲੀ ਨੂੰ 124 ਮਿਲੇ ਸੀ। ਉਹਦੇ ਬਾਅਦ ਇਹ ਅਸੈਸਮੈਂਟ ਨਹੀਂ ਹੋਈ ਦੀ। ਅਸੀਂ ਤਿਆਰ ਹਾਂ ਜਦੋਂ ਮਰਜ਼ੀ ਕਰ ਲੈਣ ਅਸੈਸਮੈਂਟ। ਚਲੋ ਮੈਂ ਜਵਾਬ ਲੈਣਾ ਇੱਕ ਮਿੰਟ, ਇੱਕ ਬਰਾੜ ਸਾਹਿਬ ਤੋਂ ਲੈਣਾ, ਫਿਰ ਤੁਹਾਡੇ ਕੋਲ ਸੰਘੇੜਾ ਸਾਹਿਬ ਆਣਾ। ਹਾਂਜੀ ਬਰਾੜ ਸਾਹਿਬ ਬੋਲੋ ਜੀ। ਮੇਰੀ ਇੱਕ ਬੇਨਤੀ ਹੈ, ਖੁੱਲਰ ਸਾਹਿਬ ਵਿੱਚ ਨਾ ਬੋਲਣ ਜੀ। ਅਸੀਂ ਕੋਈ ਟੋਕਦੇ ਨਹੀਂ ਕਿਸੇ ਨੂੰ, ਬੜੇ ਸਿਆਣਪ ਨਾਲ ਲੋਕ ਚਾਹੁੰਦੇ ਆ ਕਾਮਾ ਰੌਲੀ ਨਾ ਹੋਵੇ, ਸਾਡੀ ਲੋਕਾਂ ਤੱਕ ਗੱਲ ਪਹੁੰਚੇ। ਇੱਕ ਖੁੱਲਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਿਛਲੀ ਸਰਕਾਰ ਸੀ, ਪੰਜਾਬ ਸੂਬੇ ਨੂੰ ਐਜੂਕੇਸ਼ਨ ਦੇ ਵਿੱਚ 17ਵੇਂ ਥਾਂ ਤੇ ਛੱਡ ਕੇ ਗਏ ਸੀ, ਔਰ ਸਾਡੀ ਸਰਕਾਰ ਜਿਹੜੀ ਉਹਨੂੰ 3ਜੇ ਥਾਂ ਤੇ ਲੈ ਕੇ ਆਈ ਸੀ। ਔਰ ਉਹਦੇ ਪਿੱਛੇ ਵੱਡਾ ਕਾਰਨ ਸੀ ਸਾਰੀਆਂ ਅਸਾਮੀਆਂ ਟੀਚਰਾਂ ਦੀਆਂ ਅਸੀਂ 10 ਸਾਲਾਂ ਦੇ ਵਿੱਚ ਭਰ ਕੇ ਗਏ ਸੀ। ਪਹਿਲੀ ਗੱਲ ਤਾਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇ ਦਈਏ, ਜਿਹੜੇ ਤੁਸੀਂ ਦਮਗਜੇ ਮਾਰੀ ਜਾਂਦੇ ਹੋ ਕਿ ਸਾਡੇ 6 ਲੱਖ ਬੱਚਾ ਵੱਧ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਪੜ੍ਹਾਈ ਤਾਂ ਨਾ ਸਰਕਾਰੀ 'ਚ ਹੋ ਰਹੀ ਹੈ ਤੇ ਨਾ ਪ੍ਰਾਈਵੇਟ 'ਚ ਹੋ ਰਹੀ ਹੈ, ਤੇ ਅਸੀਂ ਇੰਨੀਆਂ ਫੀਸਾਂ ਕਾਹਨੂੰ ਭਰਨੀਆਂ। ਇਸ ਕਰਕੇ ਉਹਨਾਂ ਨੇ ਦਾਖਲਾ ਕਰਾਤਾ ਸਰਕਾਰੀ ਦੇ ਵਿੱਚ, ਤੇ ਤੁਸੀਂ ਵੱਡੇ ਦਮਗਜੇ ਮਾਰ ਲੱਗ ਗਏ ਸਾਡੇ ਬੱਚਿਆਂ ਦੀ ਗਿਣਤੀ ਵੱਧ ਗਈ ਹੈ। ਉਹ 40 ਤੋਂ 8 ਲੱਖ ਵਾਲਾ ਅੰਕੜਾ ਪਤਾ ਨਹੀਂ ਸਹੀ ਹੈ ਕਿ ਨਹੀਂ ਸਹੀ। ਜੇ ਇਹ ਸਹੀ ਨਾ ਹੋਇਆ ਤਾਂ ਕੁਛ ਅੰਕੜਾ ਘਟਿਆ ਹੀ ਹੈ ਨਾ। ਇਸ ਕਰਕੇ ਤੁਸੀਂ 117 ਨੰਬਰ ਪੰਨੇ ਤੇ ਜਿਹੜਾ ਚੋਣ ਮੈਨੀਫੈਸਟੋ ਸੀਗਾ, ਉਹਦੇ 'ਚ ਲਿਖਿਆ ਸੀ ਸਾਰੇ ਕੱਚੇ ਜਿਹੜੇ ਮੁਲਾਜ਼ਮ ਹੈ ਪੱਕੇ ਕਰਾਂਗੇ। ਕਿਉਂ ਡਾਂਗਾ ਮਾਰਦੇ ਹੋ ਨੇ ਤੇ ਕਿਉਂ ਨਹੀਂ ਪੱਕੇ ਕਰਦੇ? ਫਿਰ ਤੁਸੀਂ ਕਿਹਾ ਸੀ ਉਹਨਾਂ ਦਾ ਸਾਰਾ ਡੀਏ ਦੇਵਾਂਗੇ, ਕਿਉਂ ਨਹੀਂ ਉਹਨਾਂ ਨੂੰ ਡੀਏ ਦੇ ਰਹੇ? ਫਿਰ ਤੁਸੀਂ ਕਿਹਾ ਸੀਗਾ ਕਿ ਜਿਹੜਾ ਪੇ ਕਮਿਸ਼ਨ ਉਹ ਲਾਗੂ ਕਰਾਂਗੇ, ਤੇ ਕਿਉਂ ਨਹੀਂ ਅੱਜ ਤੱਕ ਦਿੱਤਾ? ਇਸ ਕਰਕੇ ਜਿਹੜੇ ਡਿਸਲਾਈਕ ਕੀਤੇ ਆ ਨਾ, ਜਿਹੜਾ ਤੁਸੀਂ ਕਹਿੰਦੇ ਆ ਕਿ ਜਦੋਂ ਕੰਮਾਂ ਤੇ ਵੋਟਾਂ ਪੈਣਗੀਆਂ, ਜਿਹੜੇ ਪੜ੍ਹੇ ਲਿਖੇ ਅਧਿਆਪਕ ਹੈ, ਪ੍ਰਿੰਸੀਪਲ ਹੈ, ਤੁਸੀਂ ਉਹਨਾਂ ਦੀਆਂ ਵੋਟਾਂ ਹੀ ਨਹੀਂ ਸਮਝਦੇ। ਉਹ ਤਾਂ 100 ਵੋਟ ਨੂੰ ਪ੍ਰਭਾਵਿਤ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਡਿਸਲਾਈਕ ਕੀਤਾ। ਆ ਪਹਾੜੇ ਦੇ ਲੋਕਾਂ ਨਾਲ ਤੁਸੀਂ 1600 ਲਾਈਕ ਕਰਾ ਲਿਆ, ਹੁਣ ਡਿਸਲਾਈਕ ਜੇ 4500 ਹੋਇਆ, ਤੁਹਾਡੇ ਹਲੇ ਵੀ ਕੰਨ ਨਹੀਂ ਖੜੇ ਹੁੰਦੇ। ਇਸ ਕਰਕੇ ਮੈਂ ਇੱਕ ਗੱਲ ਦੀ ਬੇਨਤੀ ਕਰਾਂ, ਇਹਦੇ ਪੈਮਾਨੇ ਨਸ਼ਰ ਹੋਣੇ ਚਾਹੀਦੇ ਆ ਪੂਰੀ ਤਰ੍ਹਾਂ, ਕਿ ਕਿਹੜੇ ਸਕੂਲ ਦੀ ਚੈਕਿੰਗ ਹੋ ਰਹੀ ਹੈ ਤੇ ਉਹਦੇ ਚੋਂ ਕੀ ਭਰਿਆ ਜਾ ਰਿਹਾ, ਬਾਹਰ ਬੋਰਡ ਤੇ ਲਿਖ ਕੇ ਲਾ ਦਿਓ, ਪਿੰਡ ਵਾਲੇ ਆਪੇ ਆ ਕੇ ਦੱਸ ਦੇਣਗੇ ਵੀ ਕੀ ਇੱਥੇ ਹੋਇਆ ਕੀ ਨਹੀਂ ਹੋਇਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਜਿਹੜੇ ਬਾਕੀ ਦੇ ਵੀ ਪੈਨਲਿਸਟ ਨੇ ਕਿਹਾ ਕਿ ਇੱਥੋਂ ਪਰਫਾਰਮੇ ਭਰ ਕੇ ਭੇਜਣ ਦੇ ਵਿੱਚ ਹੀ ਸਾਰੀ ਲੁੱਟ-ਕੁੱਟ ਕਰ ਲਈ ਹੈ। ਜੇ ਸਾਡੇ ਇਤਿਹਾਸ ਨੂੰ ਬਦਲਣ ਪਿੱਛੇ ਜਾਂ ਇਤਿਹਾਸ ਨੂੰ ਮਾਰਨ ਪਿੱਛੇ ਅਸਾਮੀਆਂ ਖਤਮ ਕੀਤੀਆਂ ਜਾ ਸਕਦੀਆਂ, ਤੇ ਬਾਕੀ ਗੱਲਾਂ ਦੇ ਵਿੱਚ ਕੇਂਦਰ 'ਚ ਬੈਠੇ ਅਫਸਰਾਂ ਨੂੰ ਬੁੱਧੂ ਬਣਾਉਣਾ ਇਹਨਾਂ ਵਾਸਤੇ ਕੀ ਵੱਡੀ ਗੱਲ ਹੈ, ਕਿਉਂਕਿ ਕੇਂਦਰ ਜਿਹੜਾ ਇਹਨਾਂ ਦੀ ਗੱਲ ਨੂੰ ਕੋਈ ਚੈੱਕ ਹੀ ਨਹੀਂ ਕਰਦਾ। ਇਸ ਕਰਕੇ ਬੜੀ ਫਿਕਰਮੰਦੀ ਵਾਲੀ ਗੱਲ ਹੈ। ਔਰ ਜਿਹੜੀ ਕਿਸਮ ਦੇ ਜਥੇਦਾਰਾਂ ਨੇ ਨਕਲ ਮਰਾਤੀ, ਫਲਾਨਾ ਕਰਾਤਾ, ਇਹ ਝੂਠ ਬੋਲਣ ਤੋਂ ਇਲਾਵਾ ਕਾਂਗਰਸੀਆਂ ਕੋਲੇ ਕੁਝ ਹੈਗਾ? ਪਹਿਲਾਂ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਠੱਗੀ ਮਾਰ ਲਈ, ਹੁਣ ਤੁਸੀਂ ਟੀਵੀ ਤੇ ਬੈਠ ਕੇ ਬੋਲੀ ਚੱਲਿਆ ਕਰੋ। ਸਾਡੀ ਕਾਰਜਕਾਰੀ ਚੰਗੀ ਸੀ ਮਾੜੀ ਸੀ, ਲੋਕਾਂ ਨੇ ਸਾਨੂੰ ਸਾਈਡ ਤੇ ਬਿਠਾਤਾ। ਤੁਸੀਂ 4.5 ਸਾਲ ਦੀ ਆਪਦੀ ਕਾਰਜਕਾਰੀ ਦੀਆਂ ਗੱਲਾਂ ਕਰਿਆ ਕਰੋ। ਫਿਰ ਦਿਖਾ ਦੇਣਗੇ ਲੋਕ, ਕਿਉਂ ਟੈਨਸ਼ਨ ਲੈ ਰਹੇ ਹੋ? ਜਿਹੜੇ ਮਾਪਦੰਡਾਂ ਦੀ ਗੱਲ ਕਰ ਰਹੇ ਹੋ ਨਾ ਬਰਾੜ ਸਾਹਿਬ, ਉਹ ਬਿਲਕੁਲ ਟੀਮਾਂ ਆ ਕੇ ਗਈਆਂ ਨੇ, ਟੀਮਾਂ ਆ ਕੇ ਗਈਆਂ ਨੇ, ਔਰ ਉਹਦੇ ਮੁਲਾਂਕਣ ਹੋਇਆ। ਜੀ 2 ਲਾਈਨਾਂ 'ਚ ਮੈਂ ਗੱਲ ਵੇੜ ਦੂੰ, ਫਿਰ ਤੁਸੀਂ ਕਰ ਲਿਓ। ਹਰਪ੍ਰੀਤ ਜੀ, ਅਮਰੀਕਨ ਪ੍ਰੈਜ਼ੀਡੈਂਟ ਆਵੇ, ਉਹਨਾਂ ਨੂੰ ਬੈਸਟ ਸਰਕਾਰੀ ਸਕੂਲ ਸੈਂਟਰ ਗਵਰਨਮੈਂਟ ਨੇ ਦਿਖਾਣੇ ਸੀਗੇ, ਉਹ ਦਿਖਾਏ ਦਿੱਲੀ ਦੇ। ਮਹੱਲਾ ਕਲੀਨਿਕ, ਕੋਈ ਅੰਤਰਰਾਸ਼ਟਰੀ ਬੰਦੇ ਆਉਂਦੇ ਆ, ਮਹੱਲਾ ਕਲੀਨਿਕ ਦਿਖਾਈ ਜਾਂਦੀ ਹੈ ਦਿੱਲੀ ਦੀ। ਵੈਕਸੀਨ ਦੀ ਫ੍ਰੀ ਵੈਕਸੀਨੇਸ਼ਨ ਹੋ ਰਹੀ ਹੈ ਦਿੱਲੀ ਵਿੱਚ, ਮਹੱਲਾ ਕਲੀਨਿਕਸ ਵਿੱਚ ਫ੍ਰੀ ਦਵਾਈਆਂ, ਫ੍ਰੀ ਐਕਸਰੇ, ਫ੍ਰੀ ਸਾਰਾ ਕੁਝ ਹੋ ਰਿਹਾ। ਤੇ ਪੰਜਾਬ ਦੇ ਵਿੱਚ ਫਤਿਹ ਕਿੱਟ ਘੁਟਾਲਾ ਅਲੱਗ, ਵੈਕਸੀਨ ਘੁਟਾਲਾ ਅਲੱਗ, ਤੇ ਵਜ਼ੀਫੇ ਦੇ ਘਪਲੇ ਅਲੱਗ, SC ਸਿੱਖਿਆ ਦੇ ਵਿੱਚ ਵੀ ਘਪਲੇ, ਸਿਹਤ ਸਹੂਲਤਾਂ ਦੇ ਵਿੱਚ ਵੀ ਘਪਲੇ। ਯਾਰ ਮੈਨੂੰ ਗੱਲ ਤਾਂ ਕਰ ਲੈਂਦੇ ਹੋ ਖੁੱਲਰ ਸਾਹਿਬ। ਖੁੱਲਰ ਸਾਹਿਬ, ਮੈਂ ਅਥੈਂਟੀਕੇਸ਼ਨ ਨਾਲ ਗੱਲ ਕਰਦਾ। ਐਕਸਪੋਜ਼ ਹੋ ਗਈਆਂ, ਸਾਰਾ ਕੁਝ ਹੋ ਗਿਆ, 1200 ਦਾ ਤੁਸੀਂ ਆਕਸੀਮੀਟਰ ਲਿਆ, ਇੱਥੇ ਤੁਸੀਂ ਫਤਿਹ ਕਿੱਟਾਂ ਨੂੰ ਕਰੀ ਜਾਂਦੇ ਹੋ। ਫੈਸਲੇ ਵਾਪਸ ਲੈ ਕੇ ਨਹੀਂ ਦੋਨੇ ਹੀ। ਫਿਰ ਤੁਸੀਂ ਇਹ ਵੀ ਕਿਹਾ ਵੀ ਨਹੀਂ, ਆ ਜਿਹੜਾ ਕੋਵੈਕਸੀਨ, ਜਿਹੜਾ ਵੈਕਸੀਨ ਦਾ ਘੁਟਾਲਾ ਆ, ਉਹਦੇ 'ਚ ਅਜੇ 40,000 ਹੀ ਅਸੀਂ ਦਿੱਤਾ ਸੀ। ਤੁਸੀਂ ਕਿਉਂ ਸਰਕਾਰੀ ਵੈਕਸੀਨ ਕੋਟੇ 'ਚ 400 ਵਾਲੀ ਜਿਹੜੀ ਸੀਗੀ, ਉਹ 1960 ਦੇ ਵਿੱਚ ਮੇਰਾ ਮਤਲਬ ਦੇਖੋ ਘੁਟਾਲੇ ਕਰ ਰਹੇ ਆ। ਸਾਡੀ ਅਸੀਂ ਫ੍ਰੀ ਦੇ ਰਹੇ ਹਾਂ, ਦਿੱਲੀ ਫ੍ਰੀ ਦੇ ਰਹੀ ਹੈ। ਇੱਕ ਮਿੰਟ ਆ ਗਿਆ ਖੁੱਲਰ ਸਾਹਿਬ, ਫਿਰ ਦਿੱਲੀ ਕਿੱਦਾਂ ਮਾਰੀ ਹੋ ਗਈ? ਖੁੱਲਰ ਸਾਹਿਬ ਦੱਸੋ, ਫਿਰ ਮੈਂ ਚਾਲ ਸਾਹਿਬ ਤੋਂ ਵੀ ਲੈਣਾ। ਦਿੱਲੀ ਕਿੱਦਾਂ ਮਾਰੀ ਹੋ ਗਈ? ਖੁੱਲਰ ਸਾਹਿਬ ਇੱਕ ਮਿੰਟ, ਹਾਂ ਬੋਲੋ। ਜਿਹੜੀ ਦੇਖੋ ਖੁੱਲਰ ਸਾਹਿਬ ਨੇ ਗੱਲ ਕਰੀ ਹੈ ਵੀ ਜਿਹੜਾ ਨਕਲ ਆ ਬਿਲਕੁਲ ਖਤਮ ਕਰ ਦਿੱਤੀ ਹੈ, ਬਿਲਕੁਲ ਸਹੀ ਗੱਲ ਆ ਜੀ। ਇਹ ਨਕਲ ਬਿਲਕੁਲ ਖਤਮ ਹੋ ਗਈ ਹੈ, ਕਿਉਂਕਿ ਨਕਲ ਤਾਂ ਉੱਥੇ ਵੱਜਦੀ ਹੁੰਦੀ ਜਿੱਥੇ ਵਿਦਿਆਰਥੀ ਨੇ ਕੁਝ ਕਰਨਾ ਹੋਵੇ। ਇਹਨਾਂ ਦਾ ਟੀਚਰਾਂ ਨੇ 20 ਨੰਬਰ ਦੀ ਅਸੈਸਮੈਂਟ ਨੂੰ ਹੀ ਰਿਜ਼ਲਟ ਤਬਦੀਲ ਕਰ ਦਿੱਤਾ। ਹੁਣ ਬੱਚੇ ਨਾ ਬੋਲਿਓ ਜੀ। ਇਹਨਾਂ ਨੇ 20 ਨੰਬਰ ਦੀ ਇੰਟਰਨਲ ਅਸੈਸਮੈਂਟ ਟੀਚਰਸ ਨੇ ਲਾਈ, ਉਸ ਨੂੰ 100% ਰਿਜ਼ਲਟ 'ਚ ਬਦਲ ਦਿੱਤਾ। ਨਕਲ ਦਾ ਸਵਾਲ ਹੀ ਨਹੀਂ ਪੈਦਾ ਹੋਇਆ।
ਸੋ ਇਸ ਲਈ ਨਕਲ ਵਾਲੀ ਗੱਲ ਤਾਂ ਹੁੰਦੀ ਹੈ ਜੇ ਵਿਦਿਆਰਥੀ ਕੰਮ ਕਰੇ। ਦੂਸਰਾ ਦਾਖਲੇ ਕਿਵੇਂ ਹੋਏ ਨੇ, ਕਹਿੰਦੇ 3.5 ਲੱਖ ਰੁਪਏ ਪ੍ਰੀ ਪ੍ਰਾਇਮਰੀ 'ਚ ਹੋ ਗਏ, 6 ਲੱਖ ਹੋ ਗਿਆ ਵਿਦਿਆਰਥੀ ਪ੍ਰਾਈਵੇਟ 'ਚੋਂ ਹਟ ਕੇ ਹੋ ਗਿਆ, 9 ਲੱਖ ਹੋ ਗਿਆ। ਤੇ ਅਧਿਆਪਕ ਪ੍ਰੀ ਪ੍ਰਾਇਮਰੀ ਵਾਲੇ ਛੱਡੋ, 6 ਲੱਖ ਦੇ ਬਦਲੇ ਕਿੰਨੇ ਅਧਿਆਪਕ ਚਲੇ ਮਤਲਬ ਹੋਰ ਭਰਤੀ ਕੀਤੇ ਗਏ। ਅਗਲੀ ਗੱਲ, ਮੇਰੇ ਕੋਲ ਇਹੋ ਜਿਹੀਆਂ ਉਦਾਹਰਨਾਂ ਨੇ, ਬੱਚਾ ਗਿਆ ਉਹ ਕਹਿੰਦਾ ਜੀ ਮੈਂ ਪ੍ਰਾਈਵੇਟ ਤੋਂ ਹਟ ਕੇ ਮੈਨੂੰ ਕੀ ਫਾਇਦਾ ਹੋਊਗਾ, 6ਵੀਂ ਵਾਲੇ ਬੱਚੇ ਨੂੰ 8ਵੀਂ 'ਚ, 5ਵੀਂ ਵਾਲੇ ਨੂੰ 7ਵੀਂ ਦੇ ਵਿੱਚ। ਇਹਦੇ ਨਾਲ ਸਾਡੀ ਕੁਆਲਿਟੀ ਐਜੂਕੇਸ਼ਨ ਬਣ ਗਈ। ਅਸੀਂ ਬੱਚਿਆਂ ਨੂੰ ਜੰਪ ਕਰਾ ਕੇ ਤਾਂ ਐਡਮਿਸ਼ਨਾਂ ਲਈਆਂ ਨੇ। ਔਰ ਮੈਂ ਹਰਪ੍ਰੀਤ ਜੀ ਦਾਅਵਾ ਕਰਦਾ ਤੁਹਾਡੇ ਮੂਹਰੇ ਇਹੋ ਜਿਹੇ ਕੇਸ ਆਉਣਗੇ ਜਿੱਥੇ ਇਹੋ ਜਿਹੇ ਬੱਚਿਆਂ ਦੇ ਆਧਾਰ ਕਾਰਡ ਨਿਕਲੇ ਹੋਣਗੇ, ਪਰਮਾਤਮਾ ਹੋ ਸਕਦਾ ਉਹ ਧਰਤੀ ਦੇ ਨਾ ਹੋਣ। ਇਹ ਸਿਰਫ ਆਧਾਰ ਕਾਰਡ ਦੀ ਫੋਟੋ ਖਿੱਚੀ ਦਾਖਲਾ ਕਰ ਲਿਆ, ਆਧਾਰ ਕਾਰਡ ਦੀ ਫੋਟੋ ਖਿੱਚੀ ਦਾਖਲਾ ਕਰ ਲਿਆ, ਉਹਦਾ ਫਾਇਦਾ ਕੀ ਹੈ? ਫਾਇਦਾ ਐਨਰੋਲਮੈਂਟ ਵਧਾਤੀ। ਇਹ ਦੱਸਣ ਦੇ ਲਈ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਹਨਾਂ ਕੋਲ ਰਿਪੋਰਟ ਲੱਭਦਾ ਸਰਕਾਰ ਦਾ ਸੀਗਾ, ਬੱਚੇ ਫੈਚ ਕੀਤੇ ਗਏ ਨੇ। ਸਵੇਰ ਨੂੰ ਅਸੀਂ ਸਰਕਾਰੀ ਆਪਦੇ ਸਕੂਲ ਜਦੋਂ ਅਸੀਂ ਆਪਦੇ ਸਕੂਲ ਪਰ ਆਪਾਂ ਐਕਚੁਅਲ ਗੱਲ ਤੇ ਸਕੂਲ ਖੋਲ ਕੇ ਦੇਖਦੇ ਸੀ, ਐ ਪਤਾ ਲੱਗਦਾ ਸਵੇਰੇ ਬੱਚੇ ਕਿਉਂ ਚੱਲਦੇ ਆ। ਖੁੱਲਰ ਸਾਹਿਬ ਇੱਕ ਮਿੰਟ, ਹਰਪ੍ਰੀਤ ਜੀ ਇਹਨਾਂ ਨੂੰ ਰੋਕਿਆ ਕਰੋ ਪਲੀਜ਼। ਇੱਕ ਮਿੰਟ ਖੁੱਲਰ ਸਾਹਿਬ, ਤੁਹਾਨੂੰ ਪੂਰਾ ਟਾਈਮ ਦਿਆਂਗਾ। ਮੈਂ ਬੇਨਤੀ ਕਰਦਾ, ਦੇਖੋ ਮੈਂ ਪਹਿਲਾਂ ਵੀ ਸਪਸ਼ਟ ਹੋ ਕੇ ਗੱਲ ਕਹੀ ਹੈ ਵੀ ਜਿਹੜੇ ਇਹਦੇ 5 ਮੇਨ ਪੈਰਾਮੀਟਰਸ ਨੇ, ਉਹ ਜੋ 3 ਪੈਰਾਮੀਟਰ ਨੇ ਜਿਹੜੇ ਬਿਲਕੁਲ ਸਹੀ ਢੁਕਦੇ ਨੇ, ਪਰ ਜਿੱਥੇ ਇਨਫਰਾਸਟ੍ਰਕਚਰ ਦੀ ਗੱਲ ਲੋਕਾਂ ਦੇ ਹਜਮ ਨਹੀਂ ਆ ਰਹੀ, ਉਸ ਦੇ ਨਾਲ ਕੁਆਲਿਟੀ ਐਜੂਕੇਸ਼ਨ ਦੀ ਨਹੀਂ ਆ ਰਹੀ। ਠੀਕ ਹੈ ਚਾਲ ਸਾਹਿਬ ਤੋਂ ਜਵਾਬ ਲਾਂ, ਫਿਰ ਬਾਅਦ ਚੋਂ ਆਣਾ ਮੈਂ ਉਹਨਾਂ ਕੋਲ। ਚਾਲ ਸਾਹਿਬ, ਹੁਣ ਗੱਲ ਜਿਹੜੀ ਖੁੱਲਰ ਸਾਹਿਬ ਹੋਰਾਂ ਨੇ ਵੀ ਕਹੀ ਹੈ ਕਿ ਸਾਰੀਆਂ ਚੀਜ਼ਾਂ ਹੌਲੀ ਚੱਲ ਰਹੀਆਂ ਨੇ, ਭਰਤੀਆਂ ਵੀ ਚੱਲ ਰਹੀਆਂ ਨੇ, ਪੱਕੇ ਵੀ ਕੀਤੇ ਜਾ ਰਹੇ ਨੇ, ਟਰਾਂਸਫਰ ਪਾਲਿਸੀ ਵੀ ਪਾਰਦਰਸ਼ੀ ਹੋ ਗਈ ਹੈ, ਇਹ ਵੀ ਤਾਂ ਸਾਰੀਆਂ ਕੁਆਲਿਟੀ ਐਜੂਕੇਸ਼ਨ ਦਾ ਇੱਕ ਹਿੱਸਾ ਹੀ ਨੇ। ਜੇ ਅਧਿਆਪਕ ਸੰਤੁਸ਼ਟ ਨਹੀਂ ਹੋਏਗਾ ਤਾਂ ਕੁਆਲਿਟੀ ਐਜੂਕੇਸ਼ਨ ਦਾ ਤਾਂ ਮਤਲਬ ਹੀ ਨਹੀਂ ਹੁੰਦਾ। ਹਰਪ੍ਰੀਤ ਜੀ, ਮੈਂ ਖੁੱਲਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਹੁਣ ਤਾਂ 4.5 ਸਾਲ ਦਾ ਸਮਾਂ ਹੋ ਚੱਲਿਆ, ਪਰ ਚੋਣ ਵਾਅਦਾ ਤਾਂ ਇਹ ਸੀਗਾ ਕਿ ਅਸੀਂ ਸਰਕਾਰ ਬਣਦੀ ਸਰ ਕਰ ਦੇਣਾ। ਜਦੋਂ ਹੁਣ ਤੱਕ ਪ੍ਰੋਪਰ ਤਰੀਕੇ ਦੇ ਨਾਲ ਅਧਿਆਪਕਾਂ ਨੂੰ ਪੱਕਿਆ ਨਹੀਂ ਕੀਤਾ, ਉਹਨਾਂ ਦਾ ਪੇ ਕਮਿਸ਼ਨ ਰੋਕਿਆ ਹੋਇਆ, ਉਹਨਾਂ ਦਾ ਡੀਏ ਰੋਕਿਆ ਹੋਇਆ, ਲਗਾਤਾਰ ਪ੍ਰਾਇਮਰੀ ਦੇ ਵਿੱਚ 7 ਕਲਾਸਾਂ, 2 ਹੁਣ ਐਲਕੇਜੀ ਤੇ ਯੂਕੇਜੀ ਦੀਆਂ ਹੋ ਗਈਆਂ, 5 ਕਲਾਸਾਂ ਪਹਿਲਾਂ ਸੀ। ਉਹਨਾਂ ਕਲਾਸਾਂ ਨੂੰ ਬਹੁਤ ਸਾਰੇ ਸਕੂਲ ਇਹੋ ਜਿਹੇ ਆ ਵੀ ਜਿਹੜੇ ਸਿੰਗਲ ਟੀਚਰ ਸਕੂਲ ਪੜ੍ਹਾ ਰਹੇ ਆ, ਤੇ ਔਰ ਬਹੁਤ ਮਿਡਲ ਸਕੂਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ, ਉਥੋਂ ਉਹਨਾਂ ਬੱਚਿਆਂ ਕੋਲੋਂ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਹੀ ਚੱਕਦੇ। 228 ਅਧਿਆਪਕ ਮਿਡਲ ਸਕੂਲਾਂ ਚੋਂ ਖਤਮ ਕਰਤੇ, ਕਹਿੰਦੇ ਮਿਡਲ ਸਕੂਲਾਂ ਨੂੰ ਹੁਣ 4 ਹੀ ਅਧਿਆਪਕ ਪੜ੍ਹਾਉਣਗੇ। ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਪੱਧਰ ਦੇ ਉੱਤੇ ਹਿਸਟਰੀ, ਪੋਲੀਟੀਕਲ ਸਾਇੰਸ ਤੇ ਨਾਲ ਹੀ ਉਹਦੇ ਤੀਜਾ ਵਿਸ਼ਾ ਜਿਓਗ੍ਰਾਫੀ, ਕਹਿੰਦੇ ਇੱਕੋ ਹੀ ਲੈਕਚਰਰ ਪੜ੍ਹਾ ਦੇਗਾ। ਜਦੋਂ ਮਤਲਬ ਲੈਕਚਰਰਾਂ ਦੀ ਗਿਣਤੀ ਵੀ, ਸਬਜੈਕਟ ਐਕਸਪਰਟ ਦੀ ਗਿਣਤੀ ਵੀ ਸਰਕਾਰ ਇਸ ਚੀਜ਼ ਨਾਲ ਤੋਲਣ ਲੱਗ ਜਾਵੇ, ਆਪਣੇ ਬਜਟ ਨਾਲ ਤੋਲਣ ਲੱਗ ਜਾਵੇ, ਫਿਰ ਸਿੱਖਿਆ ਦੀ ਬਿਹਤਰੀ ਕੀ ਹੋ ਸਕਦੀ ਆ। ਜੇ ਦੇਖੋ ਇੱਕ ਮਾਪਾ ਜਿਹੜਾ, ਉਹ ਚਾਹੇ ਉਹਦੇ ਘਰੇ ਰੋਟੀ ਬਣਦੀ ਆ ਚਾਹੇ ਘੱਟ ਬਣਦੀ, ਜਿਹੋ ਜਿਹੀ ਮਰਜ਼ੀ, ਜਦੋਂ ਉਹਦਾ ਬੱਚਾ ਉਹਨੂੰ ਕਹਿੰਦਾ ਕਿ ਮੈਨੂੰ ਪੈਨਸਲ ਚਾਹੀਦੀ ਆ, ਮੈਨੂੰ ਰਬੜ ਚਾਹੀਦੀ ਆ, ਤਾਂ ਉਹ ਪੇਰੈਂਟਸ ਇਹ ਚਾਹੁੰਦਾ ਹੈ ਕਿ ਉਹ ਆਪਣੀ ਰੋਟੀ ਦੇ ਵਿੱਚੋਂ ਵੀ ਕੱਟ ਲਾ ਕੇ ਆਪਣੇ ਬੱਚੇ ਦੀ ਉਸ ਲੋੜ ਨੂੰ ਪੂਰੀ ਕਰਨ ਦਾ ਯਤਨ ਕਰਦਾ ਕਿ ਮੇਰਾ ਬੱਚਾ ਪੜ੍ਹ ਸਕੇ। ਜਦੋਂ ਸਾਡੇ ਸਕੂਲਾਂ ਦੇ ਵਿੱਚ ਅਧਿਆਪਕਾਂ ਦਾ ਸ਼ੋਸ਼ਣ ਹੁੰਦਿਆਂ ਨੂੰ ਇੰਨਾ ਸਮਾਂ ਹੋ ਗਿਆ, ਬੇਰੁਜ਼ਗਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਤੇ ਬੇਰੁਜ਼ਗਾਰ ਟੈਟ ਪਾਸ ਬੇਰੁਜ਼ਗਾਰ ਟੈਂਕੀਆਂ ਤੇ ਚੜਿਆਂ ਦੀਆਂ ਚਮੜੀ ਉਦਣ ਲੱਗ ਜਵੇ, ਫਿਰ ਸਾਨੂੰ ਦੁੱਖ ਨਹੀਂ ਹੋਊਗਾ। ਸਾਡੇ ਵਿਭਾਗ ਦੇ ਉੱਤੇ ਹੋਰ, ਸਰਕਾਰ ਦੇ ਉੱਤੇ ਹੋਰ ਦੱਸੋ ਕੀ ਹੋਊਗਾ। ਇਸ ਕਰਕੇ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲਗਾਤਾਰ ਪੰਜਾਬ ਦੀ ਸਰਕਾਰ ਆ ਜਿਹੜੀ 2020 ਦੀ ਜਿਹੜੀ ਸਿੱਖਿਆ ਨੀਤੀ ਆ, ਜਿਹੜੀ ਸਿੱਖਿਆ ਨੀਤੀ ਖੇਤੀਬਾੜੀ ਦੇ ਕਾਨੂੰਨਾਂ ਦੀ ਤਰ੍ਹਾਂ ਪੰਜਾਬ ਦੇ ਪੂਰੇ ਭਾਰਤ ਦੇ ਲਈ ਕਾਲੀ ਸਿੱਖਿਆ ਨੀਤੀ ਆ, ਉਸ ਸਿੱਖਿਆ ਨੀਤੀ ਨੂੰ ਵਿਭਾਗ ਸਾਡਾ ਲਾਗੂ ਕਰ ਰਿਹਾ ਹੈ। ਔਰ ਲਾਗੂ ਕਰਦੇ ਹੋਏ ਲਗਾਤਾਰ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਪੱਧਰ ਦੀਆਂ ਪੋਸਟਾਂ ਨੂੰ ਕੱਟਿਆ ਜਾ ਰਿਹਾ ਹੈ। ਇਸ ਤਰ੍ਹਾਂ ਜੇ ਪੋਸਟਾਂ ਨਹੀਂ ਹੋਣਗੀਆਂ, ਜੇ ਅਧਿਆਪਕ ਨਹੀਂ ਹੋਣਗੇ, ਫਿਰ ਕੁਆਲਿਟੀ ਐਜੂਕੇਸ਼ਨ ਕਿੱਥੋਂ ਆਏਗੀ? ਚਾਲ ਸਾਹਿਬ ਇੱਕ ਗੱਲ ਹੋਰ, ਚਾਲ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਚਾਲ ਸਾਹਿਬ, ਤੁਸੀਂ ਅਧਿਆਪਕ ਹੋ, ਤੁਹਾਨੂੰ ਸਹਿਜੇ ਪਤਾ ਹੋਏਗਾ, ਇਸ ਮਾਣਕ ਦੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਮਾਣਕਾਂ ਤੇ ਇੰਡੈਕਸ ਜਾਰੀ ਕੀਤਾ ਗਿਆ, ਇਹ ਇਦਾਂ ਕੁਝ ਹੋ ਸਕਦਾ, ਕੋਈ ਹੇਰ ਫੇਰ ਹੋ ਸਕਦੀ ਹੈ, ਕੋਈ ਪਰਫਾਰਮੇ ਇਦਾਂ ਉਦਾਂ ਭਰ ਕੇ ਭੇਜੇ ਗਏ ਹੁਣ, ਇਹ ਤੁਹਾਨੂੰ ਜ਼ਿਆਦਾ ਜਾਣਕਾਰੀ ਹੋਏਗੀ ਕਿ ਹੋਇਆ ਕਿਵੇਂ? ਦੇਖੋ ਇਹਦੇ ਬਾਰੇ ਹਰਪ੍ਰੀਤ ਜੀ, ਅਸੀਂ ਤਾਂ ਦੇਖੋ ਸਕੂਲਾਂ 'ਚ ਕੰਮ ਕਰਨ ਵਾਲੇ ਅਧਿਆਪਕ ਹਾਂ, ਅਸੀਂ ਤਾਂ ਸਕੂਲ ਦੇ ਵਿੱਚੋਂ ਆਪਣੀ ਜਿਹੜੀ ਸਾਡੇ ਕੋਲ ਜੋ ਕੁਝ ਹੁੰਦਾ ਉਹਨੂੰ ਅਸੀਂ ਪੁੱਟ ਕਰਦੇ ਆ। ਇਹਦੇ ਵਿੱਚ ਕੁਝ ਵੀ ਪੋਸੀਬਿਲਿਟੀ ਹੋ ਸਕਦੀ ਆ, ਇਹ ਤਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਹੀ ਦੱਸ ਸਕਦੇ ਆ। ਇਹਦੇ ਬਾਰੇ ਜਿਹੜੀ ਸਾਨੂੰ ਇੰਨਾ ਜ਼ਰੂਰ ਪਤਾ ਹੈ ਵੀ ਸਾਡੇ ਲਗਾਤਾਰ 2 ਸਾਲਾਂ ਤੋਂ ਪੇਪਰ ਨਹੀਂ ਹੋਏ, ਔਰ ਸਾਡੇ ਤੇ ਲਗਾਤਾਰ ਸਿੱਖਿਆ ਵਿਭਾਗ ਦਾ ਅਧਿਆਪਕਾਂ ਦੇ ਉੱਤੇ, ਜੇ ਅਧਿਆਪਕ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੋਈ ਗੱਲ ਕਰਦੇ ਆ ਤਾਂ ਉਹਨਾਂ ਨੂੰ ਲਗਾਤਾਰ ਦਬਾਇਆ ਜਾਂਦਾ, ਉਹਨਾਂ ਦਾ
ਗਾਲਾ ਘੁੱਟਿਆ ਜਾਂਦਾ ਹੈ, ਉਹਨਾਂ ਦੀਆਂ ਬਦਲੀਆਂ ਟਰਾਂਸਫਰਾਂ ਦੇ ਨਾਲ ਉਹਨਾਂ ਦੀਆਂ ਸਸਪੈਂਸ਼ਨਾਂ ਸਾਡੀਆਂ ਲਗਾਤਾਰ ਸਾਡੇ ਤੇ ਤਸ਼ੱਦਦ ਆ ਜਿਹੜਾ ਜਾਰੀ ਹੈ ਸਰਕਾਰ ਦਾ। ਔਰ ਬਾਰ-ਬਾਰ ਸਰਕਾਰ ਸਾਡੇ ਨਾਲ ਵਾਅਦੇ ਕਰਕੇ, ਇੱਕ ਵਾਰੀ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬੈਠੇ ਸੀਗੇ, ਉਸ ਤੋਂ ਬਾਅਦ ਇੱਕ 4 ਮੰਤਰੀਆਂ ਦੀ ਕਮੇਟੀ ਦੀ ਮੀਟਿੰਗ ਸਾਡੇ ਨਾਲ ਹੋਈ। ਉਹਨਾਂ ਨੇ ਸਾਡੇ ਨਾਲ 2018 ਦੇ ਵਿੱਚ ਵਾਅਦਾ ਕੀਤਾ ਸੀ 4 ਮੰਤਰੀਆਂ ਨੇ ਕਿ ਤੁਹਾਡੇ ਅਸੀਂ ਜਿੰਨੇ ਵੀ ਮਸਲੇ ਆ ਹੱਲ ਕਰਾਂਗੇ। ਹੁਣ ਤੱਕ ਵੀ ਉਹ ਮਸਲੇ ਉਵੇਂ ਦੇ ਉਵੇਂ ਲਟਕਦੇ ਆ, ਨਾ ਹੀ ਮੰਤਰੀ ਜੀ ਸਮਾਂ ਦੇ ਕੇ ਮਿਲਦੇ ਆ, ਨਾ ਮੁੱਖ ਮੰਤਰੀ ਜੀ ਮਿਲਦੇ ਆ, ਨਾ ਸਿੱਖਿਆ ਸਕੱਤਰ ਜੀ ਮਿਲਦੇ ਆ। ਠੀਕ ਹੈ, ਮੇਰੇ ਕੋਲ ਸਮਾਂ ਘੱਟ ਹੈ। ਡਾਇਲੌਗ ਕੀਤਾ ਗਿਆ ਠੀਕ ਹੈ, ਚੱਲ ਸਾਹਿਬ ਗੱਲ ਆ ਗਈ। 30 ਸੈਕਿੰਡ ਸੰਗੇੜਾ ਸਾਹਿਬ, 30 ਸੈਕਿੰਡ ਜਲਦੀ। ਹਰ ਫਰੰਟ ਤੇ ਫੇਲ ਹੋਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਫ ਕੋਰਸ ਵਿਸਾਖੀਆਂ ਦਾ ਸਹਾਰਾ ਭਾਲਦੇ ਆ। ਇਹਨਾਂ ਦੇ ਆਪਣੇ ਹੀ ਮੰਤਰੀ, ਆਪਣੇ ਹੀ ਐਮਐਲਏ ਸਾਰੇ ਹੀ ਆਪਣਾ ਇਹਨਾਂ ਦਾ ਪੋਲ ਖੋਲ ਰਹੇ ਆ, ਔਰ ਇਹ ਉਲਟਾ ਆਪਣੀ ਰਿਪੋਰਟ ਤਿਆਰ ਕਰਕੇ ਲੈ ਕੇ ਜਾ ਰਹੇ ਆ ਕਿ ਜਿਹੜੇ ਤੁਹਾਨੂੰ ਇਹ ਕਹਿੰਦੇ ਆ ਕਿ ਜਿਹੜੇ ਮੇਰੇ ਐਡਵਾਈਜ਼ਰ ਨੇ ਉਹ ਇੱਕ ਮਾਫੀਆ ਚੱਲ ਰਿਹਾ ਆ ਸੀਐਮ ਹਾਊਸ ਤੋਂ। ਆਹ ਦੇਖ ਲਓ ਉਹਨਾਂ ਦੀਆਂ ਫਾਈਲਾਂ, ਉਹ ਕੀ ਕਰਦੇ ਆ, ਇੱਕ ਦੂਜੇ ਦੀਆਂ ਘੁਟਾਲੇ ਦੀਆਂ ਤਾਂ ਗੱਲਾਂ ਇਹ ਕਰ ਰਹੇ ਆ, ਇੱਕ ਦੂਜੇ ਦੇ ਮਿਹਣੇ ਦੇ ਰਹੇ ਆ, ਤੇ ਇਦਾਂ ਹੀ ਸਿੱਖਿਆ ਨੀਤੀ ਜਿਹੜੀ ਆ ਉਹ ਵੀ ਮੈਨੂਪੂਲੇਟ ਕਰ ਰਹੇ ਸਾਰਾ ਕੁਝ। ਇਹਨਾਂ ਦੀ ਕਿਸੇ ਗੱਲ 'ਚ ਕੋਈ ਸੱਚਾਈ ਨਹੀਂ। ਹਰਪ੍ਰੀਤ ਜੀ, ਸਭ ਤੋਂ ਮਾੜੀ ਗਵਰਨਮੈਂਟ ਆਈ ਆ ਇਹ। ਨਾਲੇ ਵਿਜੇਂਦਰ ਸਿੰਗਲਾ ਨੂੰ ਅਸੀਂ ਜਾਣਦੇ ਆ ਚੰਗੀ ਤਰ੍ਹਾਂ, ਇਹ ਕਿੰਨਾ ਕੁ ਮੈਨੇਜ ਕਰਕੇ ਸਕੂਲਾਂ ਨੂੰ ਵਧੀਆ ਇਨਸਾਫ ਦੇ ਸਕਦੇ ਆ। ਟੀਚਰਾਂ ਨੂੰ ਨਹੀਂ ਜਿਹੜੇ ਇਨਸਾਫ ਦੇ ਸਕੇ, ਉਹਨਾਂ ਨੇ ਬੱਚਿਆਂ ਨੂੰ ਕੀ ਇਨਸਾਫ ਦੇਣਾ? ਬੱਚਿਆਂ ਦੀ ਪੜ੍ਹਾਈ ਹੀ ਨਹੀਂ ਹੋਈ, ਉਹਨਾਂ ਨੂੰ ਤੁਸੀਂ ਉਦਾਂ ਹੀ ਅਪਗ੍ਰੇਡ ਕਰੀ ਜਾਂਦੇ ਹੋ। ਉਹ ਵਿਚਾਰੇ ਕੀ ਕਲਰਕ ਅੱਗੇ ਜਾ ਕੇ ਬਣਨਗੇ, ਜਾਂ ਟੀਚਰ ਬਣਨਗੇ, ਜਾਂ ਆਫੀਸਰ ਬਣ ਕੇ ਕੰਪੀਟ ਹੀ ਨਹੀਂ ਕਰ ਪਾਉਣਗੇ। ਇਹਨਾਂ ਨੇ ਐਜੂਕੇਸ਼ਨ ਸਿਸਟਮ ਦਾ ਸਤਿਆਨਾਸ਼ ਕਰਤਾ ਪੰਜਾਬ ਦਾ। ਠੀਕ ਹੈ, ਮੇਰੇ ਕੋਲ ਸਮਾਂ ਘੱਟ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਇਸ ਮੁੱਦੇ ਤੇ ਦੁਬਾਰਾ ਫਿਰ ਤੋਂ ਚਰਚਾ ਲੈ ਕੇ ਆਵਾਂਗੇ, ਕਿਉਂਕਿ ਇਹ ਮੁੱਦਾ ਬੜਾ ਗੰਭੀਰ ਹੈ। ਜੇ ਪੰਜਾਬ ਨੰਬਰ 1 ਤੇ ਆਇਆ ਤਾਂ ਬੜੀ ਖੁਸ਼ੀ ਦੀ ਗੱਲ ਹੈ, ਚੰਗੀ ਗੱਲ ਹੈ ਕਿ ਸਕੂਲੀ ਐਜੂਕੇਸ਼ਨ ਦੇ ਵਿੱਚ ਪੰਜਾਬ ਨੰਬਰ 1 ਤੇ ਆਇਆ। ਪਰ ਗਰਾਊਂਡ ਸਥਿਤੀ, ਜਿਹੜੀ ਗਰਾਊਂਡ ਰਿਐਲਿਟੀ ਹੈ, ਉਹ ਕੁਝ ਹੋਰ ਹੈ। ਅੰਕੜਿਆਂ ਦੀ ਖੇਡ ਕੁਝ ਹੋਰ ਹੈ। ਸਵਾਲ ਇੱਥੇ ਖੜਾ ਹੁੰਦਾ, ਸ਼ੱਕ ਇੱਥੋਂ ਪੈਦਾ ਹੁੰਦਾ। ਜਿਹੜੇ ਅਧਿਆਪਕ ਨੇ ਪ੍ਰਾਈਵੇਟ ਸਕੂਲਾਂ ਨਾਲ ਜੁੜੇ ਹੋਏ ਨੇ, ਉਹ ਜਦੋਂ ਇਹ ਕਹਿ ਰਹੇ ਨੇ ਕਿ ਨਹੀਂ ਇਦਾਂ ਦੀ ਪਰਫਾਰਮੈਂਸ ਹੈ ਹੀ ਨਹੀਂ ਹੈ ਜਿੱਦਾਂ ਦੀ ਅੰਕੜਿਆਂ ਦੇ ਵਿੱਚ ਦਰਸਾਈ ਗਈ ਹੈ, ਤਾਂ ਸ਼ੱਕ ਜ਼ਾਹਰ ਤੌਰ ਤੇ ਬਣਦਾ ਹੀ ਬਣਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।